श्री वाहिगुरु साहिब जी। ना करत ना छूटिया, विण गुण जमपुर जाहि। ना तिस एहु ना ओहु है, अवगुण फिर पछुताहि। ना करत ना छूटिया। वाहिगुरु जी का खालसा, वाहिगुरु जी की फतेह। कोट ब्रह्मंडां दे मालक, जुगो जुग अटल शब्द अवतार, दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दे पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार और सत्कार दे नाल अमृत बाणी हर हर तेरी सुन सुन होवै परमगत मेरी। जलन बुझी शीतल हुए मनुआ, सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जी। ना करत ना छूटिया। रामकली महला पहला दखनी ओंकार। इस लेख हेठ दखनी ओंकार नामे गुरबाणी की कथा विचार चल रही है, जिस दियां 36 पौड़ियां की कथा विचार पिछे आप सरवण कर चुके हो। अज 37वीं पौड़ी प्रारंभ हो रही है। गुरु महाराज पहले पातशाह सतगुरु नानक देव जी महाराज परलोक का जमन का डर दिखाते हुए इस पौड़ी विच सानू शुभ गुण धारण करने लई प्रेरित कर रहे हैं। ना करत ना छूटिए। मैनू ना मारो, मैनू ना मारो, इउं जमा पास तरले करदियां भी कदी छुटकारा नहीं होवेगा। इस प्रकार ना करत ना छूटिया। पाठ वखरा वखरा ही है, पर जे इकट्ठा नाना इस तरह मन के चलिए तो अर्थ बन गए। अनेकां कर्म कीतियां या अनेकां शास्त्रा सिमरतियां दी विचार कीतियां, जमन मरण तो छुटकारा नहीं पाईदा। विण गुण जमपुर जाहे। वाहिगुरु दे गुण गाए तो बिना जमन दी पुरी नूं जाना पैंदा है। इस प्रकार विण गुण जमपुर जाहे। परमेश्वर की प्राप्ति कराने वाले ज्ञान तो बिना बार बार जमा की पुरी विच जाना पैंदा है। ना तिस एहु ना ओहु है। जो पुरख कर्म करना की ओट ग्रहण करता है, ना तो उसका ये लोक सुधरिया, भाव इस लोक विच मनुखा जन्म पा के
ਕਰਮ ਕਾਂਡਾਂ ਵਿਸ਼ਿਆਂ ਦੇ ਵਿੱਚ ਹੀ ਲੱਗਾ ਰਹਿੰਦਾ ਹੈ ਅਤੇ ਨਾ ਹੀ ਉਸ ਦਾ ਉਹ ਪਰਲੋਕ ਸੁਧਰਿਆ ਹੈ, ਅਰਥਾਤ ਨਾ ਹੀ ਉਸ ਨੂੰ ਪਰਲੋਕ ਵਿੱਚ ਆਦਰ ਮਿਲਦਾ ਹੈ। ਇਸੇ ਪ੍ਰਕਾਰ ਨਾ ਤਿਸ ਇਹੋ ਨਾ ਉਹ ਹੈ। ਜੋ ਜੀਵ ਦਾ ਤਵੰਗ ਬਾਧਾ ਲਖਤ ਰੂਪ ਸਾਖੀ ਚੇਤਨ ਹੈ, ਨਾ ਹੀ ਉਸ ਨੂੰ ਇਹ ਪ੍ਰਾਪਤ ਹੋਇਆ। ਪਰ ਜੋ ਈਸ਼ਰ ਤਤਪਦ ਲਖਤ ਰੂਪ ਹੈ, ਨਾ ਹੀ ਉਸ ਨੂੰ ਉਹ ਪ੍ਰਾਪਤ ਹੋਇਆ। ਇਸੇ ਪ੍ਰਕਾਰ ਨਾ ਤਿਸ ਇਹੋ ਨਾ ਉਹ ਹੈ। ਨਾ ਹੀ ਉਸ ਨੂੰ ਇਹ ਭਾਵ ਇੱਥੇ ਸਾਧ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਤੇ ਨਾ ਹੀ ਉਸ ਨੂੰ ਉਹ ਭਾਵ ਅੱਗੇ ਪਰਲੋਕ ਦੀਆਂ ਮੁਕਤੀਆਂ ਪ੍ਰਾਪਤ ਹੁੰਦੀਆਂ ਹਨ। ਆਵ ਗੁਣ ਫਿਰ ਪਛਤਾਹੇ। ਇਹ ਇਉਂ ਜੀਵ ਅਵਗੁਣਾ ਕਰਕੇ ਫਿਰ ਮੁੜ ਕੇ ਪਰਲੋਕ ਦੇ ਵਿੱਚ ਪਛਤਾਪ ਕਰਦਾ ਰਹਿੰਦਾ ਹੈ। ਨਾ ਤਿਸ ਗਿਆਨ ਨਾ ਧਿਆਨ ਹੈ। ਨਾ ਹੀ ਤਿਸ ਪੁਰਖ ਨੂੰ ਨਿਰਗੁਣ ਸਰੂਪ ਦਾ ਗਿਆਨ ਹੁੰਦਾ ਤੇ ਨਾ ਹੀ ਤਿਸ ਪੁਰਖ ਨੂੰ ਸਰਗੁਣ ਸਰੂਪ ਦਾ ਧਿਆਨ, ਮਤਲਬ ਧਿਆਨ ਨਹੀਂ ਲਾਉਂਦਾ ਹੈ, ਧਿਆਨ ਲੱਗਦਾ ਨਹੀਂ ਹੈ। ਨਾ ਤਿਸ ਧਰਮ ਧਿਆਨ ਅਤੇ ਨਾ ਹੀ ਤਿਸ ਪੁਰਖ ਦਾ ਪੁੰਨ ਕਰਮ ਕਰਨ ਵੱਲ ਧਿਆਨ ਹੁੰਦਾ ਹੈ। ਬਿਨ ਨਾਵੈ ਨਿਰਭਉ ਕਹਾ। ਉਚਾਰਨ ਕਰੋ ਸਤਨਾਮ ਸ੍ਰੀ ਵਾਹਿਗੁਰੂ। ਪਰਮੇਸ਼ਰ ਦੇ ਨਾਮ ਜਪਣ ਤੋਂ ਬਿਨਾਂ ਕਾਲ ਦਾ ਭੈ ਬਣਿਆ ਰਹਿੰਦਾ ਹੈ। ਇਸ ਲਈ ਡਰ ਤੋਂ ਰਹਿਤ ਕਿੰਜ ਹੋ ਸਕੀਦਾ ਹੈ। ਕਿਆ ਜਾਣਾ ਅਭਿਮਾਨ। ਕੀ ਜਾਣੀਏ ਕਿ ਹੰਕਾਰ ਕਰਕੇ ਅੱਗੇ ਕੀ ਹਾਲ ਹੋਵੇਗਾ। ਮਤਲਬ ਕੁਝ ਨਹੀਂ ਜਾਣ ਸਕੀਦਾ ਹੈ। ਠਾਕ ਰਹੀ ਕਿਵ ਅਪੜਾ। ਸਭਨਾ ਮਰਨਾ ਆਇਆ ਵੇ ਛੋੜ ਸਭਨਾ ਹੈ। ਪੁੱਛੋ ਜਾਏ ਸਿਆਣਿਆ ਆਗੇ ਮਿਲਣ ਕੇ ਨਾ ਹੈ। ਅੱਗੇ ਬਾਰੇ ਕੁਝ ਪਤਾ ਨਹੀਂ ਹੈ। ਇੱਥੇ ਤਾਂ ਸਾਰੇ ਹੀ ਦਮ ਗਜੇ ਮਾਰਦੇ ਨੇ। ਅੱਗੇ ਕਿਹਨਾਂ ਨੂੰ ਮਿਲਦਾ ਹੈ, ਕਿਹੜੇ ਹੰਕਾਰ ਦੇ ਨਾਲ ਖਰਾਬ ਹੁੰਦੇ ਨੇ। ਸੋ ਇਹਦੇ ਬਾਰੇ ਤਾਂ ਪਰਮਾਤਮਾ ਹੀ ਜਾਣਦਾ ਹੈ। ਜਿਵੇਂ ਮਹਾਰਾਜ ਨੇ ਆਖਿਆ ਫਿੱਕਾ ਮੂਰਖ ਆਖੀਐ ਪਾਣਾ ਰਹਿ ਸਜਾਏ। ਮਤਲਬ ਜੋ ਮੂਰਖ ਹੰਕਾਰ ਦੇ ਵਿੱਚ ਫਿੱਕੇ ਬਚਨ ਬੋਲਦੇ ਹਨ, ਉਹਨਾਂ ਨੂੰ ਚਰਨ ਦਾਸੀਆਂ ਪੈਣ ਦੀ ਸਜ਼ਾ ਮਿਲਦੀ ਹੈ। ਇੱਥੇ ਵੀ ਹਰ ਪਰਲੋਕ ਦੇ ਵਿੱਚ ਵੀ ਹੰਕਾਰ ਕਰਕੇ ਅੱਗੇ ਕੀ ਹਾਲ ਹੋਵੇਗਾ, ਇਸ ਬਾਬਤ ਕੀ ਆਖੀਏ, ਕੁਝ ਵੀ ਜਾਣ ਨਹੀਂ ਸਕੀਦਾ। ਸੋ ਮਹਾਰਾਜ ਫਰਮਾਉਂਦੇ ਨੇ ਠਾਕ ਰਹੀ ਕਿਵ ਅਪੜਾ। ਜਗਿਆਸੂ ਦੀ ਬਿਰਤੀ ਜਾਂ ਬੁੱਧੀ ਸਕਾਮ ਕਰਮਾਂ ਜਾਂ ਸਾਧਨ ਕਰਨੇ ਕਰਕੇ ਥੱਕ ਰਹੀ ਹੈ। ਇਸ ਲਈ ਮੁਕਤੀ ਪਦ ਤੱਕ ਕਿਵੇਂ ਪਹੁੰਚ ਸਕਦੀ ਹੈ, ਭਾਵ ਨਹੀਂ ਪਹੁੰਚ ਸਕਦੀ। ਇਸੇ ਪ੍ਰਕਾਰ ਠਾਕ ਰਹੀ ਕਿਵ ਅਪੜਾ। ਕਿਸ ਪ੍ਰਕਾਰ ਸੰਸਾਰ ਵੱਲੋਂ ਹਟ ਕੇ ਅੰਤਰਮੁਖ ਹੋ ਕੇ ਪਰਮਾਰਥ ਵੱਲ ਪਹੁੰਚ ਸਕਦੀ ਹੈ, ਭਾਵ ਨਹੀਂ ਪਹੁੰਚ ਸਕਦੀ। ਜਗਿਆਸੂ ਦੀ ਬੁੱਧੀ ਜਾਂ ਬਿਰਤੀ ਸਕਾਮ ਕਰਮਾਂ ਜਾਂ ਸਾਧਨ ਕਰਨੇ ਕਰਕੇ ਸੋ ਸਾਧ ਸੰਗਤ ਜੀਓ ਅੰਤਰਮੁਖ ਹੋ ਕੇ ਪਰਮਾਰਥ ਵੱਲ ਕਦੀ ਵੀ ਪਹੁੰਚ ਨਹੀਂ ਸਕਦੀ। ਵੈਰਾਗ ਰੂਪ ਚੱਪੂ ਵੀ ਨਹੀਂ ਹੈ ਤੇ ਵਿਵੇਕ ਰੂਪੀ ਹੱਥ ਵੀ ਨਹੀਂ ਹੈ ਤੇ ਇਹ ਸਮੁੰਦਰ ਬੜਾ ਹੈ। ਦੱਸੋ ਕਿਵੇਂ ਬੁੱਧੀ ਤਰ ਕੇ ਸੰਸਾਰ ਸਮੁੰਦਰ ਤੋਂ ਪਾਰ ਪੜੇਗੀ। ਹਾਥ ਨਹੀਂ ਨਾ ਪਾਰ। ਸੋ ਸੰਸਾਰ ਸਮੁੰਦਰ ਦੀ ਹਾਥ ਮਤਲਬ ਥਾਂ ਵੀ ਨਹੀਂ ਹੈ
ਕਿ ਪਰਲਾ ਕਿਨਾਰਾ ਕਿੰਨਾ ਦੂਰ ਹੈ। ਇਹ ਸੰਸਾਰ ਅਸਗਾ ਸਮੁੰਦਰ ਬਣਿਆ ਹੋਇਆ ਹੈ। ਮੁਕਤੀ ਦਾ ਕਿਨਾਰਾ ਦਿਖਦਾ ਕੋਈ ਨਹੀਂ ਹੈ। ਨਾ ਤਾਂ ਵੈਰਾਗ ਦਾ ਚੱਪੂ ਹੈ ਤੇ ਨਾ ਹੀ ਵਿਵੇਕ ਦਾ ਹੱਥ ਹੈ। ਇਹਦਾ ਥਾਂ ਵੀ ਕੋਈ ਨਹੀਂ ਹੈ। ਤੋ ਇਹਦੇ ਵਿੱਚ ਹੱਥ ਨਹੀਂ ਹੈ ਕਿ ਕਿੰਨੇ ਕੁ ਜਨਮ ਭੋਗਣੇ ਪੈਣਗੇ, ਜਿਹਦਾ ਹੱਥ ਭਾਵ ਸਿਰਾ ਹੀ ਨਹੀਂ ਹੈ। ਇਸੇ ਕਰਕੇ ਮੁਕਤੀ ਰੂਪ ਪਰਲਾ ਕਿਨਾਰਾ ਨਹੀਂ ਦਿਖਦਾ ਹੈ। ਨਾ ਸਾਜਨ ਸੇ ਰੰਗੋਲੇ, ਉਹ ਆਤਮਕ ਰੰਗਲੇ ਆਨੰਦ ਦੇਣ ਵਾਲੇ ਨਾ ਹੀ ਸੱਜਣ ਸਤਿਗੁਰੂ ਜੀ ਮਿਲੇ ਨੇ। ਕਿਸ ਪਹਿ ਕਰੀ ਪੁਕਾਰ, ਜੋ ਪਾਰ ਹੋਣ ਦੀ ਜੁਗਤੀ ਦੱਸਦੇ ਨੇ। ਇਸ ਲਈ ਜਗਿਆਸੂ ਦੀ ਸਤਿਗੁਰੂ ਤੋਂ ਬੇਮੁਖ ਹੋਈ ਬਿਰਤੀ ਇਹਦੇ ਕੋਲ ਜਾ ਕੇ ਫਰਿਆਦ ਕਰੇ, ਦਾਦ ਪੁਕਾਰ ਕਰੇ। ਨਾਨਕ ਪ੍ਰਿਓ ਪ੍ਰਿਓ ਜੇ ਕਰੀ, ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਜੇਕਰ ਜਗਿਆਸੂ ਦੀ ਬਿਰਤੀ ਗੁਰ ਉਪਦੇਸ਼ ਦੁਆਰਾ, हे ਮੇਰੇ ਪਿਆਰੇ ਅਕਾਲ ਪੁਰਖ ਵਾਹਿਗੁਰੂ, हे ਮੇਰੇ ਪਿਆਰੇ ਪਤੀ ਪਰਮੇਸ਼ਰ, ਕਿਉਂ ਜਾਪ ਕਰਨਾ ਕਰੇ। ਮੇਲੇ ਮੇਲਣ ਹਾਰ, ਤਾਂ ਮਿਲਾਪ ਕਰਾਉਣ ਵਾਲਾ ਪਰਮੇਸ਼ਰ ਕਿਰਪਾ ਕਰਕੇ ਆਪਣੇ ਸਰੂਪ ਦੇ ਵਿੱਚ ਮੇਲ ਲੈਂਦਾ ਹੈ। ਜਿਨ ਵੇ ਛੋੜੀ ਸੋ ਮੇਲ ਸੀ, ਜਿਸ ਵਾਹਿਗੁਰੂ ਨੇ ਜਗਿਆਸੂ ਦੀ ਬਿਰਤੀ ਅਗਿਆਨ ਦੇ ਸਹਿਤ ਜਾਣ ਕੇ ਜੁਦਾ ਕੀਤੀ ਸੀ, ਉਹੀ ਬ੍ਰਹਮ ਗਿਆਨ ਬਖਸ਼ ਕੇ ਆਪਣੇ ਨਾਲ ਮਿਲਣਾ ਕਰਦਾ ਹੈ। ਕਿਵੇਂ ਮਿਲਦਾ ਹੈ? ਗੁਰ ਕਾ ਹੇਤ ਅਪਾਰ, ਗੁਰਾਂ ਦੇ ਪਾਰਾਵਾਰ ਤੋਂ ਰਹਿਤ ਪ੍ਰੇਮ ਦੁਆਰਾ ਬ੍ਰਹਮ ਗਿਆਨ ਬਖਸ਼ ਕੇ ਆਪਣੇ ਨਾਲ ਮਿਲਣਾ ਕਰਦਾ ਹੈ। ਜਾਂ ਇਸੇ ਪ੍ਰਕਾਰ ਗੁਰ ਕਾ ਹੇਤ ਅਪਾਰ, ਗੁਰੂ ਸਾਹਿਬ ਜੀ ਦੇ ਉਪਦੇਸ਼ ਕਾਰਨ ਹੀ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਪਾਪ ਬੁਰਾ ਪਾਪੀ ਕਉ ਪਿਆਰਾ, ਮੰਦ ਕਰਮ ਕਰਨਾ ਬਹੁਤ ਭੈੜਾ ਹੈ, ਬਹੁਤ ਹੀ ਬੁਰਾ ਹੈ। ਪਰ ਪਾਪ ਕਰਮ ਕਰਨ ਵਾਲੇ ਪੁਰਖ ਨੂੰ ਉਹ ਪਾਪ ਹੀ ਪਿਆਰਾ ਲੱਗਦਾ ਹੈ, ਚੰਗਾ ਲੱਗਦਾ ਹੈ। ਪਾਪ ਲੱਦੇ ਪਾਪੇ ਪਾਸਾਰਾ, ਪਾਪੀ ਪੁਰਖ ਦਿਨੇ ਰਾਤ ਹਿਰਦੇ ਰੂਪ ਗੱਡੇ ਤੇ ਮੰਦ ਕਰਮਾਂ ਨੂੰ ਲੱਦ ਰਿਹਾ ਹੈ। ਇੱਕੋ ਹੀ ਕੰਮ ਹੈ, ਖਾਣਾ ਤੇ ਭੋਗਣਾ, ਉਲਟਾ ਖਾਣਾ ਤੇ ਬਗਾਨਾ ਭੋਗਣਾ। ਇਸੇ ਕਰਕੇ ਪਾਪੀ ਪੁਰਖ ਦਾ ਮਨ ਹਰ ਵਕਤ ਭੈੜੇ ਕਰਮ ਦੇ ਪਸਾਰੇ ਵਿੱਚ ਹੀ ਪਸਰਿਆ ਹੋਇਆ ਹੈ। ਉਹ ਇਹ ਨਹੀਂ ਜਾਣਦਾ ਕਿ ਅੱਗੇ ਲੇਖਾ ਲੇਵੈ, ਅੱਗੇ ਜਮਕਾਲ ਲੇਖਾ ਲੇਵੈ। ਜਿਉਂ ਤਿਲ ਕਹਾਣੀ ਪੀੜ ਆ ਜਾਂਦਾ, ਜਿਵੇਂ ਤਿਲਾਂ ਦੀ ਕਹਾਣੀ ਦੇ ਵਿੱਚ ਤਿਲ ਪੀੜਦੇ ਨੇ, ਇੰਜ ਜਿਸ ਵਕਤ ਪਾਪੀ ਲੇਖਾ ਦਿੰਦੇ ਨੇ। ਫਰੀਦ ਸਾਹਿਬ ਜੀ ਦਾ ਬਚਨ ਹੈ, ਕਹਿੰਦੇ ਨੇ ਫਰੀਦਾ ਸੋ ਜੇ ਸਿਰ ਤੀਆ ਤਲਾ, ਕਮਾਦਾ ਰਕਾਗਦਾ ਉਹਨੇ ਕੋਈ ਲਿਆ ਹੈ। ਜਿਹੜੇ ਪਾਪ ਕਰਮ ਕਰਦੇ ਨੇ ਉਹਨਾਂ ਨੂੰ ਵੇਖ ਲੈਣਾ ਚਾਹੀਦਾ ਹੈ ਕਿ ਤਿਲਾਂ ਦੇ ਨਾਲ ਕੀ ਬੀਤਦੀ ਹੈ। ਵੇਖੋ ਕਹਾਣੀ 'ਚ ਪੀੜ ਕੇ ਉਹਨਾਂ ਜੋ ਤੇਲ ਕੱਢਿਆ ਜਾਂਦਾ, ਅਤੇ ਜਿਹੜਾ ਕਮਾਦ ਹੈ ਉਹਨੂੰ ਕਿੰਨੀ ਵਾਰ ਨਪੀੜ ਕੇ ਉਹਦੇ 'ਚੋਂ ਰਸ ਕੱਢਿਆ ਜਾਂਦਾ। ਫਿਰ ਉਹਨੂੰ ਕਾੜ੍ਹਨੇ 'ਚ ਪਾ ਕੇ ਕਾੜ ਕੇ ਗੁੜ ਬਣਾਇਆ ਜਾਂਦਾ। ਫਿਰ ਉਹਦੇ ਵਿੱਚੋਂ ਹੋਰ ਮੈਲ ਕੱਢ ਕੇ ਤੇ ਕੈਮੀਕਲ ਸੁੱਟ ਕੇ ਉਹਨੂੰ ਚਿੱਟਾ ਕਰਕੇ ਤੇ ਸ਼ੂਗਰ ਤਿਆਰ ਕੀਤੀ ਜਾਂਦੀ ਹੈ। ਕਿੰਨਾ ਕੁਛ ਕਰਨ ਤੋਂ ਬਾਅਦ ਫਿਰ ਗੁੜ ਜਾਂ ਸ਼ੂਗਰ
ਨੂੰ ਢਾਲ ਕੇ ਆਪਾਂ ਕਿਸੇ 'ਚ ਮਿਕਸ ਕਰਕੇ ਤੇ ਉਹਨੂੰ ਛਕਦੇ ਹਾਂ। ਕਿੰਨਾ ਕੁਛ ਹੋਇਆ। ਤੇ ਫਰੀਦਾ ਵੇਖ ਕਪਾਹ ਹੈ ਜੇਥੀਆ, ਕਪਾਹ ਬਾਰੇ ਵੀ ਵੇਖ ਲਓ। ਕਪਾਹ ਦੇ ਨਾਲ ਕੀ ਕੁਝ ਹੋਇਆ। ਪਹਿਲਾਂ ਤਾਂ ਕਪਾਹ ਨੂੰ ਚੁਗਿਆ ਗਿਆ, ਚੁਗਣ ਤੋਂ ਬਾਅਦ ਫਿਰ ਉਹਨੂੰ ਪਿੰਜਿਆ ਗਿਆ, ਪਿੰਜਣ ਤੋਂ ਬਾਅਦ ਉਹ ਪੁਰਾਣਾ ਟਾਈਮ ਹੁੰਦਾ ਸੀਗਾ, ਉਹ ਦਾਦੀ ਸਾਡੀ ਕੋਲ ਚਰਖਾ ਹੁੰਦਾ ਸੀ ਤੇ ਉਹਦੀਆਂ ਪੂਣੀਆਂ ਬਣਾ ਕੇ ਉਹਨੂੰ ਕੱਤਿਆ ਗਿਆ। ਫਿਰ ਉਹਦੀਆਂ ਛੱਲੀਆਂ ਬਣਾ ਕੇ ਉਹਨੂੰ ਅਟੇਰਿਆ ਗਿਆ, ਅਟੇਰੇ ਉੱਪਰ ਪਾ ਕੇ ਉਹਦੇ ਲੱਛੇ ਬਣਾਏ ਗਏ। ਲੱਛੇ ਬਣਾ ਕੇ ਤੇ ਆਪਾਂ ਪੰਡ ਬਣ ਕੇ ਦੁਕਾਨ ਤੇ ਜਾਈਦਾ ਕਿ ਲੈ ਵੀਰਾ ਇਹਦਾ ਵਸਤਰ ਬਣਾ ਦੇ। ਉਹਦੀਆਂ ਲੋਈਆਂ, ਉਹਦੇ ਖੇਸ, ਉਹਦੇ ਵਸਤਰ ਤਿਆਰ ਕੀਤੇ ਗਏ। ਤੇ ਵੇਖੋ ਫਿਰ ਉਹਨੂੰ ਪਾਣੀ ਵਿੱਚ ਉਬਾਲ ਕੇ ਉਹਦੇ ਤੇ ਪਾਹ ਚਾੜੀ ਗਈ, ਕੁੱਟ ਕੇ ਫਿਰ ਰੰਗ ਚਾੜਿਆ ਗਿਆ। ਵੇਖੋ ਕਿੰਨਾ ਕੁਛ ਹੋਇਆ। ਉਹਦੇ ਤੋਂ ਬਾਅਦ ਹੀ ਉਹ ਵਰਤੋਂ ਦੇ ਵਿੱਚ ਆਈ। ਫਰੀਦਾ ਵੇਖ ਕਪਾਹ ਹੈ ਜੇ ਥੀਆ, ਕਪਾਹ ਵੱਲ ਵੇਖ ਲੋ ਕੀ ਭਾਣਾ ਹੋਇਆ। ਜੇ ਸਿਰ ਥੀਆ ਤਿਲਾਹ, ਤਿਲਾਂ ਦੇ ਉੱਪਰ ਵੇਖੋ ਕੀ ਕੁਛ ਹੋਇਆ। ਕਮਾਦ ਹੈ ਕਾਗਜ਼, ਕਮਾਦ ਦਾ ਵੇਖੋ ਕੀ ਹਾਲ ਹੁੰਦਾ। ਕਾਗਜ਼ ਨੂੰ ਵੇਖੋ ਕਿਵੇਂ ਬਣਾਇਆ ਜਾਂਦਾ। ਆ ਜਿਹੜੀ ਪਰਾਲੀ ਹੈ ਇਹਨੂੰ ਗਾਲ ਕੇ ਸਾੜ ਕੇ ਤੇ ਪ੍ਰੈਸ ਕਰਕੇ ਗੁੰਨ ਕੇ ਪ੍ਰੈਸ ਕਰਕੇ ਇਹਦਾ ਗੱਤਾ ਜਾਂ ਕਾਗਜ਼ ਬਣਾਇਆ ਜਾਂਦਾ। ਦਰਖਤਾਂ ਦੇ ਗੁੱਦੇ ਤੋਂ ਗੁੰਨ ਕੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਮਸ਼ੀਨਾਂ 'ਚ ਪਾ ਕੇ ਪ੍ਰੈਸ ਕਰਕੇ ਉਹਦਾ ਕਾਗਜ਼ ਤਿਆਰ ਕੀਤਾ ਜਾਂਦਾ। ਕਿੰਨਾ ਕੁਛ ਕਰਨ ਤੋਂ ਬਾਅਦ ਇਹ ਚੀਜ਼ਾਂ ਬਣੀਆਂ। ਜਿਵੇਂ ਇਹਨਾਂ ਦੇ ਨਾਲ ਵਾਪਰਦੀ ਹੈ। ਫਰੀਦਾ ਵੇਖ ਕਪਾਹ ਹੈ ਜੇ ਥੀਆ, ਜੇ ਸਿਰ ਥੀਆ ਤਲਾਹ, ਕਮਾਦੇ ਅਰ ਕਾਗਜ਼ ਪੁੰਨੇ ਕੋਏ ਲਿਆ ਹੈ। ਪੁੰਨੇ ਤੌੜੇ ਦੇ ਹੇਠ ਚੁੱਲ੍ਹੇ ਦੇ ਵਿੱਚ ਵੇਖੋ ਕੋਲਿਆਂ ਦੇ ਨਾਲ ਕਿੰਨਾ ਕੁਛ ਵਾਪਰਦਾ। ਪਹਿਲਾਂ ਤਾਂ ਜਿਹੜੀ ਲੱਕੜ ਹੈ ਉਹਨੂੰ ਸਾੜ ਕੇ ਤੇ ਉਹਦੀ ਅੱਗ ਵਰਤੀ ਜਾਂਦੀ। ਫਿਰ ਉਹਦੇ ਕੋਲੇ ਬਣਾ ਕੇ ਤੇ ਕੋਲਿਆਂ ਨੂੰ ਵਰਤਿਆ ਜਾਂਦਾ। ਇੰਜ ਬਾਬਾ ਜੀ ਕਹਿੰਦੇ ਮੰਦੇ ਅਮਲ ਕਰਿੰਦੇ ਆ, ਇਹ ਸਜਾਇਤ ਨਾ ਹੈ। ਜਿਹੜੇ ਮਾੜੇ ਕਰਮ ਕਰਦੇ ਨੇ ਉਹਨਾਂ ਪੁਰਖਾਂ ਨੂੰ ਇਸ ਤਰ੍ਹਾਂ ਦੀਆਂ ਸਜ਼ਾਵਾਂ ਮਿਲਦੀਆਂ ਨੇ। ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜੋ ਮਥਨ ਮਾਧਾਣੀਆਂ ਤੇ ਉਹ ਮਥੇ ਧਰਮ ਰਾਏ। ਜਿਵੇਂ ਮਧਾਣੀਆਂ ਦਹੀਂ ਰਿੜਕਦੀਆਂ, ਇਉਂ ਧਰਮ ਰਾਜਾ ਕਰਮਾਂ ਨੂੰ ਰਿੜਕ ਕੇ ਉਹਨਾਂ ਬੰਦਿਆਂ ਦੀ ਜਾਨ ਕੱਢ ਸੁੱਟਦਾ ਹੈ। ਬਹੁਤ ਬੁਰੀ ਤਰ੍ਹਾਂ ਅੱਗੇ ਜਮਕਾ ਲੇਖਾ ਲੀਵੈ, ਜਿਉਂ ਤਿਲ ਕਹਾਣੀ ਪੀੜਾਇਂਦਾ। ਜਿਵੇਂ ਤਿਲਾਂ ਦੀ ਕਹਾਣੀ ਪੀੜੀ ਦੀ ਹੈ, ਇਉਂ ਧਰਮ ਰਾਏ ਨੂੰ ਹੁਕਮ ਹੈ ਵੈ ਸੱਚਾ ਧਰਮ ਵਿਚਾਰ। ਦੂਜੇ ਪਾਈ ਦੁਸ਼ਟ ਆਤਮਾ ਉਹ ਤੇਰੀ ਸਰਕਾਰ। ਦੁਸ਼ਟ ਆਤਮਾ ਦਵੈਤ ਭਾਵ ਵਾਲਿਆਂ ਦੇ ਉੱਪਰ ਉਹਦੀ ਸਰਕਾਰ, ਉਹਦਾ ਹੁਕਮ ਚੱਲਦਾ ਹੈ। ਬਾਪ ਲੱਤੇ ਪਾਪੇ ਪਾਸਾਰਾ, ਪਾਪੀ ਪੁਰਖ ਦਿਨੇ ਰਾਤ ਪਾਪਾਂ ਦੇ ਗੱਡਿਆਂ ਦੇ ਉੱਪਰ ਹਿਰਦੇ ਰੂਪ ਗੱਡੇ ਤੇ ਮੰਦ ਕਰਮਾਂ ਪਾਪਾਂ ਨੂੰ ਹੀ ਲੱਗ ਰਿਹਾ ਹੈ। ਇਸੇ ਕਰਕੇ ਪਾਪੀ ਪੁਰਖ ਦਾ ਮਨ ਹਰ ਵਕਤ ਭੈੜੇ ਕਰਮ ਦੇ ਪਸਾਰੇ ਵਿੱਚ ਹੀ ਪਸਰਿਆ ਰਹਿੰਦਾ ਹੈ। ਔਰ ਹਰ ਪਾਪ ਪਛਾਣ ਆਪ, ਪਰ ਹੁਣ ਜੇਕਰ ਉਹ ਭੈੜੇ ਕਰਮਾਂ ਨੂੰ ਤਿਆਗ ਕੇ ਆਪਣਾ ਆਪ ਆਤਮਾ ਸਰੂਪ ਪਹਿਚਾਨ ਲਵੇ, ਨਾ ਤਿਸ ਸੋਗ ਵਿਜੋਗ ਸੰਤਾਪ, ਫਿਰ ਨਾ ਹੀ ਤਿਸ
ਜਿਸ ਪੁਰਖ ਨੂੰ ਪਦਾਰਥਾਂ ਦੇ ਵਿਚਰਨੇ ਕਰਕੇ ਸੋ ਗਮ ਵਾਹਿਗੁਰੂ ਨਾਲੋਂ ਵਿਛੋੜਾ ਤੇ ਕੋਈ ਦੁੱਖ ਲੱਗਦਾ ਹੈ, ਜਾਂ ਪਦਾਰਥਾਂ ਦੇ ਵਿਜੋਗ ਕਰਕੇ ਸੋਗ ਦਾ ਸੰਤਾਪ ਨਹੀਂ ਹੁੰਦਾ ਤੇ ਪਦਾਰਥਾਂ ਦੇ ਵਿਛੜਨੇ ਦਾ ਗਮ, ਦੇਹ ਦਾ ਵਿਜੋਗ ਤੇ ਮਨ ਦਾ ਸੰਤਾਪ ਨਹੀਂ ਹੁੰਦਾ। ਪਰ ਜੇਕਰ ਪਾਪ ਕਰਮ ਤਿਆਗ ਕੇ ਆਪਾਂ ਨਹੀਂ ਪਹਿਚਾਣਦਾ ਤਾਂ ਨਰਕ ਪੜਨ ਤਾ ਕਿਉ ਰਹੈ। ਉਹ ਪੁਰਖ ਨਰਕ ਦੇ ਵਿੱਚ ਪੈਣ ਤੋਂ ਕਿਵੇਂ ਰਹਿ ਸਕਦਾ, ਕਿਵੇਂ ਬਚ ਸਕਦਾ ਹੈ। ਕਿਉ ਬੰਚੈ ਜਮ ਕਾਲ। ਭਾਵ ਨਹੀਂ ਰਹਿ ਸਕਦਾ ਤੇ ਕਿਵੇਂ ਜੰਮਣ ਦੇ ਮਰਨ ਦੇ ਸਮੇਂ ਤੋਂ ਬਚ ਸਕਦਾ, ਜਾਂ ਕਿਉਂ ਜੰਮਣ ਮਰਨ ਦੇ ਸਮੇਂ ਨੂੰ ਠੱਗ ਸਕਦਾ, ਭਾਵ ਠੱਗ ਨਹੀਂ ਸਕਦਾ। ਕਾਲ ਬੰਚਨ ਇੱਕ ਯੋਗ ਕਿਰਿਆ ਹੈ ਜਿਸ ਨਾਲ ਯੋਗੀ ਮਰਨ ਤੋਂ ਬਚਣ ਲਈ ਯਮਦੂਤ ਨੂੰ ਧੋਖਾ ਦੇਣ ਦਾ ਯਤਨ ਕਰਦੇ ਨੇ। ਇਸੇ ਕਰਕੇ ਕਈ ਸੱਜਣ ਇਸ ਪਦ ਤੋਂ ਇਹ ਸਾਰਾ ਅੰਕ ਯੋਗ ਮਤ ਤੇ ਯੋਗੀ ਪ੍ਰਥਾ ਲਾ ਕੇ ਵੀ ਅਰਥ ਕਰਦੇ ਨੇ, ਜੋ ਗ੍ਰਸਥ ਤੇ ਆ ਕੇ ਸਾਧਨ ਦਾ ਕਾਰਿਆ ਪਰ ਸਚਾਈ ਵੱਲ ਨਹੀਂ ਟਿਕਦਾ ਹੈ। ਅਫਲਾਤੂ ਇੱਕ ਬਹੁਤ ਬੜਾ ਸਾਇੰਸਦਾਨ ਹੋਇਆ, ਜਿਵੇਂ ਅੱਜ ਕੱਲ ਸਾਇੰਸਦਾਨ ਰੋਬੋਟ ਤਿਆਰ ਕਰ ਦਿੰਦੇ ਨੇ, ਮਤਲਬ ਬੰਦਿਆਂ ਵਾਂਗ ਕੰਮ ਕਰਦੇ ਨੇ। ਆ ਕੰਪਿਊਟਰ ਦਿਮਾਗ ਤਾਂ ਬੰਦੇ ਤੋਂ ਵੀ ਵੱਧ ਹੈ, ਵੇਖ ਲਓ। ਸ਼ਕਲ ਨਹੀਂ ਭਾਵੇਂ ਉਹਦੀ ਬੰਦਿਆਂ ਵਾਲੀ, ਪਰ ਕੰਪਿਊਟਰ ਦਾ ਦਿਮਾਗ ਤਾਂ ਸਾਡੇ ਨੂੰ ਤੇਜ਼ ਹੈ। ਜਿਹੜੀ ਗੱਲ ਸਾਡੀ ਸਮਝ ਨਹੀਂ ਆਉਂਦੀ ਉਹ ਕੰਪਿਊਟਰ ਉਸੇ ਵਕਤ ਦੱਸ ਦਿੰਦਾ। ਇਹ ਗੱਲ ਵੱਖਰੀ ਹੈ ਕਿ ਸਾਡੀ ਬੋਲੀ ਪੰਜਾਬੀ ਹੈ ਤੇ ਕੰਪਿਊਟਰ ਦੀ ਬੋਲੀ ਉਹ ਕੋਡਿਕ ਵਿਦਿਆ ਹੈ, ਕੋਡਾਂ ਦੇ ਰਾਹੀਂ ਸਮਝਦਾ ਹੈ। ਤੇ ਪਰ ਉਹ 'ਚ ਜੋ ਮਰਜ਼ੀ ਲਓ। ਆ ਜਿਹੜੇ ਰੋਬੋਟ ਨੇ ਇਹ ਤਾਂ ਬੰਦਿਆਂ ਦੇ ਆਕਾਰ ਵਾਂਗੂ ਬਣਾ ਕੇ ਕੰਮ ਵੀ ਉਸੇ ਤਰ੍ਹਾਂ ਕਰਨ ਲਾ ਦਿੱਤੇ। ਅਫਲਾਤੂ ਜਦ ਮੌਤ ਆਈ ਉਹਨੇ ਆਪਣੇ ਵਰਗੇ ਕਿੰਨੇ ਹੀ ਅਫਲਾਤੂ ਖੜੇ ਕਰ ਦਿੱਤੇ, ਮੌਤ ਨੂੰ ਭੁਲੇਖਾ ਪਾ ਦਿੱਤਾ, ਕਿਉਂਕਿ ਮੌਤ ਕੋਈ ਰੱਬ ਥੋੜੋ, ਭੁਲੇਖਾ ਤਾਂ ਉਹਨੂੰ ਵੀ ਪੈ ਸਕਦਾ। ਉਹ ਵਿਚਾਰੀ ਖਾਲੀ ਹੱਥ ਵਾਪਸ ਪਰਤ ਗਈ। ਜਾ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਅਫਲਾਤੂ ਉਹਨੇ ਆਪਣੇ ਵਰਗੇ ਅਨੇਕਾਂ ਹੀ ਅਫਲਾਤੂ ਪੈਦਾ ਕਰ ਦਿੱਤੇ ਤੇ ਮੈਨੂੰ ਅਸਲੀ ਅਫਲਾਤੂ ਦੀ ਪਹਿਚਾਣ ਨਹੀਂ ਆ ਰਹੀ, ਮੈਂ ਕਿਵੇਂ ਪਹਿਚਾਣਾ, ਕਿਵੇਂ ਲੈ ਕੇ ਆਵਾਂ? ਕਹਿੰਦੇ ਲੈ ਇਹ ਵੀ ਕੋਈ ਵੱਡੀ ਗੱਲ ਹੈ? ਇਹ ਤਾਂ ਬਹੁਤ ਛੋਟੀ ਜੀ ਗੱਲ ਹੈ। ਹਰੇਕ ਇਨਸਾਨ ਦੀ, ਹਰੇਕ ਜੀਵ ਦੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੈ। ਮੇਰੀ ਕੁਝ ਹੋਰ ਕਮਜ਼ੋਰੀ ਹੈ, ਕਿਸੇ ਹੋਰ ਦੀ ਕੁਝ ਹੋਰ ਹੈ। ਜਿਹੜੇ ਰਾਜਨੀਤਿਕ ਬੰਦੇ ਨੇ ਉਸ ਰਗ ਦੇ ਹੱਥ ਰੱਖਦੇ ਨੇ ਜਿਹੜੀ ਰਗ ਦੁਖਦੀ ਹੋਵੇ, ਕਮਜ਼ੋਰੀ ਨੂੰ ਪਕੜਦੇ। ਇੰਜ ਧਰਮ ਰਾਜਾ ਕਹਿਣ ਲੱਗਾ ਤੂੰ ਇਉਂ ਕਰੀ, ਇਨਸਾਨ ਦੀ ਇੱਕ ਕਮਜ਼ੋਰੀ ਹੈ। ਵਾਹਿਗੁਰੂ ਜੀ ਨੇ ਇਨਸਾਨ ਨੂੰ ਇੱਕ ਬਹੁਤ ਵੱਡਾ ਰੋਗ ਲਾਇਆ ਹੋਇਆ ਹੈ, ਇੱਕ ਬਿਮਾਰੀ ਲਾਈ ਹੋਈ ਹੈ, ਹਉਮੈ ਰੋਗ ਮਨ ਅਧੀਨਾ। ਮੱਛੀ ਨੂੰ ਜ਼ਬਾਨ ਦਾ ਰੋਗ ਲਾਇਆ ਹੈ ਤੇ ਬਾਸਨ ਹਿਤ ਭਵਰ ਬਿਨ ਸਾਨੂੰ। ਭੌਰੇ ਨੂੰ ਸੁਗੰਧੀ ਦਾ ਰੋਗ ਲਾਇਆ ਹੈ, ਹਰਨ ਨੂੰ ਸੁਣਨ ਦਾ ਰੋਗ ਲਾਇਆ ਹੈ, ਬੰਦੇ ਵਿੱਚ ਹਾਥੀ ਨੂੰ ਸਪਰਸ਼ ਦਾ ਰੋਗ ਲਾਇਆ, ਪਤੰਗੇ ਨੂੰ ਵੇਖਣ ਦਾ ਰੋਗ ਲਾਇਆ, ਪੈਰੋਂ ਰਗ ਦੇ ਵਿੱਚ ਇਹਨਾਂ ਸਾਰਿਆਂ ਦਾ ਗੁਰੂ ਮਹਾਰਾਜ ਨੇ ਜ਼ਿਕਰ ਕੀਤਾ। ਤੇ ਇਨਸਾਨ ਦੇ ਵਿੱਚ ਇਹਨਾਂ ਸਾਰੀਆਂ ਬਿਮਾਰੀਆਂ ਦੇ ਬਾਵਜੂਦ ਇੱਕ ਬਹੁਤ ਵੱਡੀ ਬਿਮਾਰੀ ਇਹ ਹਉਮੈ ਦੀ ਹੈ। ਪਾਤਸ਼ਾਹ ਜੀ ਕਹਿੰਦੇ ਹਉਮੈ ਰੋਗ ਮਨ ਅਧੀਨਾ। ਬੰਦੇ ਨੂੰ ਵਾਹਿਗੁਰੂ ਨੇ ਹਉਮੈ ਦਾ ਰੋਗ ਦਿੱਤਾ ਹੈ। ਹਉਮੈ ਦੀਰਘ ਰੋਗ ਹੈ, ਦਾਰੂ ਕੀ ਇਸ ਮਾਹੇ। ਕਿਰਪਾ ਕਰੀ ਜੇ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ। ਨਾਨਕ ਕਹੈ ਸੁਣੋ ਜਨੋ ਇਤ ਸੰਜਮ ਦੁਖ ਜਾਏ। ਇਹ ਸੱਚਖੰਡ ਤੱਕ ਹਉਮੈ ਹੰਕਾਰ ਇਨਸਾਨ ਨੂੰ ਛੱਡਦਾ ਨਹੀਂ।
ਸੱਚਖੰਡ ਦੀਆਂ ਬਰੂਹਾਂ ਤੱਕ ਪਹੁੰਚਦਾ, ਇੱਕ ਕਦਮ ਅੱਗੇ ਵੀ ਚਲਾ ਜਾਏ ਤੇ ਪਿਛਲੇ ਪੈਰ ਤੋਂ ਖਿੱਚ ਕੇ ਬੰਦੇ ਨੂੰ ਹੇਠਾਂ ਸੁੱਟ ਦਿੰਦਾ। ਸਵਰਗਾਂ ਦੇ ਵਿੱਚ ਗਏ ਸੋ ਜੋ ਜਾਤੀ ਰਾਜੀ ਵਰਗੇ, ਇਸੇ ਤਰ੍ਹਾਂ ਸੋ ਬੜੇ ਬੜੇ ਲੋਕ ਹਉਮੈ ਹੰਕਾਰ ਦੇ ਕਰਕੇ ਹੇਠਾਂ ਡਿੱਗ ਪਏ। ਇਸ ਲਈ ਮੌਤ ਨੂੰ ਆਖਿਆ ਕਿ ਤੂੰ ਜਾ ਕੇ ਸਿਫਤ ਕਰਨੀ ਸ਼ੁਰੂ ਕਰ ਦੇ। ਇਹ ਬਣਾਉਣ ਵਾਲੇ ਨੇ ਬਹੁਤ ਵਧੀਆ ਮੂਰਤਾਂ ਬਣਾਈਆਂ ਨੇ, ਫਿਰ ਨੁਕਸ ਕੱਢਣ ਲੱਗ ਪਈ। ਅਸਲੀ ਅਫਲਾਤੂ ਆਪਣੇ ਆਪ ਬੋਲ ਪਏਗਾ, ਲੱਭਣ ਦੀ ਜ਼ਰੂਰਤ ਨਹੀਂ ਪਏਗੀ। ਤਾਂ ਸੱਚਮੁੱਚ ਇੰਝ ਹੀ ਹੋਇਆ। ਪਹਿਲਾਂ ਉਹਨੇ ਸਾਰੀਆਂ ਮੂਰਤਾਂ ਦੀ ਸਿਫਤ ਕੀਤੀ ਕਿ ਵੇਖੋ ਬਣਾਉਣ ਵਾਲੇ ਨੇ ਕਿੰਨੇ ਸੋਹਣੇ ਬੰਦੇ ਬਣਾਏ ਨੇ, ਇੱਕੋ ਜੈਸੇ ਨੇ, ਕੋਈ ਫਰਕ ਨਹੀਂ ਹੈ। ਉਸ ਤਰ੍ਹਾਂ ਬੋਲਦੇ ਨੇ, ਉਸੇ ਤਰ੍ਹਾਂ ਵੇਖਦੇ ਨੇ, ਉਸੇ ਤਰ੍ਹਾਂ ਕੰਮ ਕਾਰ ਕਰਦੇ ਨੇ। ਤੇ ਰਾਜਨੀਤਿਕ ਬੰਦਿਆਂ ਨੇ ਵੀ ਆਪਣੀ ਸ਼ਕਲ ਵਾਲੇ ਹਮ ਸ਼ਕਲ ਆਪਣੇ ਨਾਲ ਰੱਖੇ ਹੁੰਦੇ ਨੇ ਤੇ ਆਪਣੇ ਵਰਗੀਆਂ ਨੇਕਾਂ ਹੀ ਗੱਡੀਆਂ ਨਾਲ ਰੱਖਦੇ ਨੇ, ਮੌਤ ਨੂੰ ਭੁਲੇਖਾ ਪਾਉਣ ਲਈ, ਤਾਂ ਕਿ ਕੋਈ ਸੋ ਮਾਰੂ ਹਮਲਾ ਨਾ ਕਰ ਦੇਵੇ। ਇਉਂ ਲੋਕ ਲੱਖਾਂ ਯਤਨ ਕਰਦੇ ਨੇ, ਪਰ ਮੌਤ ਆ ਕੇ ਘੇਰ ਲੈਂਦੀ ਹੈ। ਜਿਸ ਵਕਤ ਸਿਫਤ ਕਰੀ ਗਿਆ, ਇਹ ਫੁੱਲ ਕੇ ਪਹਾੜ ਬਣੀ ਗਿਆ, ਚਿਹਰੇ ਤੇ ਰੌਣਕ ਆਈ ਗਈ, ਉਹਨੂੰ ਪਤਾ ਤਾਂ ਲੱਗ ਗਿਆ ਕਿ ਫਲਾਣਾ ਅਸਲੀ ਹੈ। ਪਰ ਫਿਰ ਵੀ ਕਨਫਰਮ ਕਰਨ ਲਈ ਉਹਨੇ ਨੁਕਸ ਕੱਢਣੇ ਸ਼ੁਰੂ ਕਰ ਦਿੱਤੇ। ਇਹ ਹੋਰ ਤਾਂ ਸਭ ਕੁਝ ਠੀਕ ਹੈ, ਇਹਦਾ ਕੰਨ ਨਹੀਂ ਸਹੀ ਲੱਗਾ, ਇਹਦਾ ਨੱਕ ਵਿੰਗਾ ਹੈ, ਇਹਦੇ ਅੱਖਾਂ ਦੀਆਂ ਪੁਤਲੀਆਂ ਟੇਢੀਆਂ ਵੇਖਦੀਆਂ ਨੇ, ਇਹਦੀ ਚਾਲ ਟੇਢੀ ਹੈ। ਤੇ ਅਸਲੀ ਅਫਲਾਤੂ ਉਸੇ ਵਕਤ ਬੋਲ ਗਿਆ, ਉਹਨੂੰ ਚੇਤਾ ਹੀ ਭੁੱਲ ਗਿਆ। ਕਹਿਣ ਲੱਗਾ ਜਾ ਤੂੰ ਆਪ ਦਾ ਕੰਮ ਕਰ, ਤੂੰ ਕੌਣ ਹੈ ਮੇਰੀ ਕਰਨੀ ਦੇ ਵਿੱਚ ਨੁਕਸ ਕੱਢਣ ਵਾਲੀ? ਤੈਨੂੰ ਪਤਾ ਨਹੀਂ ਵੀ ਮੈਂ ਬਣਾਈਆਂ? ਕਹਿੰਦੀ ਕੋਈ ਨਹੀਂ ਪੁੱਤ, ਤੈਨੂੰ ਹੀ ਲੱਭਦਾ ਸੀ, ਤੂੰ ਆਪੇ ਹੀ ਬੋਲ ਪਿਆ, ਇੱਧਰ ਆ ਜਾ। ਉਸੇ ਵਕਤ ਦੀ ਉਹਦੀ ਸੰਗੀ ਮਰੋੜ ਦਿੱਤੇ। ਇੰਜ ਕਿਉਂ ਮੰਚਾ ਜਮਕਾਲ, ਲੋਕ ਜਮਕਾਲ ਨੂੰ ਵੀ ਠੱਗਣ ਦੀ ਕੋਸ਼ਿਸ਼ ਕਰਦੇ ਹਨ। ਜਿਵੇਂ ਜੋਗੀ ਲੋਕ 10ਵੇਂ ਦੁਆਰ ਦੇ ਵਿਸ਼ਵਾਸ ਚੜਾ ਕੇ ਬੈਠੇ ਰਹਿੰਦੇ ਨੇ, ਜਾਂ ਜਿਹੜੇ ਬੜੇ ਬੜੇ ਸਿਆਣੇ ਲੋਕ ਨੇ, ਉਹਨਾਂ ਨੇ ਸੋਚਿਆ ਕਿ ਅਸੀਂ ਹਮੇਸ਼ਾ ਜਿਉਂਦੇ ਰਹੀਏ। ਪਰ ਜੰਮਣ ਮਰਨ ਦੇ ਸਮੇਂ ਨੂੰ, ਜਮਕਾਲ ਨੂੰ ਇਹ ਜੀਵ ਕਿਵੇਂ ਠੱਗ ਸਕਦਾ ਹੈ? ਕਿਉਂਕਿ ਉਸਤਾਦ ਸ਼ਾਗਿਰਦ ਦੇ ਨਾਲੋਂ ਇੱਕ ਗੁਣ ਵੱਧ ਰੱਖਦਾ ਹੈ। ਆਵਣ ਜਾਣਾ ਵਿਸਰੈ, ਇਸ ਦਾ ਵਾਸ਼ਨਾ ਕਰਕੇ ਜਨਮ ਧਾਰ ਕੇ ਆਉਣਾ ਤੇ ਪ੍ਰਾਲਬਧ ਨੂੰ ਭੋਗ ਕੇ ਮਰ ਜਾਣਾ, ਕਿਵੇਂ ਭੁੱਲੇ? ਜਾਂ ਇਸੇ ਪ੍ਰਕਾਰ ਆਵਣ ਜਾਣਾ ਵਿਸਰੈ, ਇਹਦਾ ਪਰਮੇਸ਼ਰ ਨੂੰ ਭੁੱਲਣੇ ਕਰਕੇ ਆਉਣਾ ਜਾਣਾ ਕਿਵੇਂ ਨਿਵਰਤ ਹੋਵੇਗਾ? ਭਾਵ ਨਹੀਂ ਹੋਵੇਗਾ। ਝੂਠ ਬੁਰਾ ਖੈ ਕਾਲ, ਝੂਠ ਬੋਲਣਾ ਭੈੜਾ ਸੁਭਾਅ ਹੈ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਉਣ ਜਾਏ। ਆਪਾਂ ਕਹਿੰਦੇ ਨਾ ਵੀ ਆਪਾਂ ਵੈਜੀਟੇਰੀਅਨ ਆ, ਆਪਾਂ ਨੌਨ ਵੈਜ ਨਹੀਂ ਖਾਂਦੇ, ਮੈਂ ਤਾਂ ਹੱਥ ਨਹੀਂ ਲਾਉਂਦਾ ਤੇ ਲਾਗੋਂ ਦੀ ਲੰਘਣਾ ਪਸੰਦ ਨਹੀਂ ਕਰਦਾ, ਪਰ ਝੂਠ ਤਾਂ ਬੋਲਦਾ ਹੀ ਆ। ਤੋ ਮਹਾਰਾਜ ਦਾ ਵਚਨ ਹੈ, ਜਿਸ ਨੇ ਝੂਠ ਬੋਲਿਆ ਸਮਝ ਲਓ ਕਿ ਉਹਨੇ ਨੌਨ ਵੈਜ ਖਾ ਲਿਆ। ਆ ਜਿਹੜਾ ਮਾਸ ਕਰ ਮੂਰਖ ਝਗੜੇ ਵਾਲਾ ਸ਼ਬਦ ਹੈ, ਸਤਿਗੁਰੂ ਨਾਨਕ ਦੇਵ ਮਹਾਰਾਜ ਨੇ ਇਹਦੇ 'ਚ ਇਹੀ ਲੌਜਿਕ ਦਿੱਤਾ ਹੈ ਕਿ ਅਸੀਂ ਲੋਕ, ਪੰਡਤ ਲੋਕ ਜਿਹੜੇ ਵੈਸ਼ਨਵ ਅਖਮਾਉਂਦੇ ਆ, ਬਾਹਰ ਮਾਸ ਛੋੜ ਨੱਕ ਪਕੜੇ, ਗੰਦੀ ਸਮੈਲ ਵੇਖ ਕੇ ਤਾਂ ਆਪਾਂ ਨੱਕ ਪਕੜਦੇ ਆ। ਇਹ ਥੂ ਥੂ, ਕਿੰਨੇ ਗੰਦੇ ਲੋਕ ਨੇ ਜੋ ਇਹ ਗੰਦ ਮੰਦ ਖਾਂਦੇ ਨੇ, ਪਰਾਂ ਨੂੰ ਘੁੰਮ ਜਾਂਦੇ ਆ। ਇਹ ਕੈਸੇ ਲੋਕ ਨੇ ਮਾਸ ਨੂੰ ਛੱਡ ਕੇ ਦੌੜ ਜਾਂਦੇ ਆ
ਤੇ ਪਰ ਰਾਤੀ ਮਾਨਸ ਖਾਣ ਰਾਤ ਨੂੰ ਪੂਰੇ ਦੇ ਪੂਰੇ ਬੰਦੇ ਹੀ ਖੜੱਪ ਜਾਂਦੇ, ਮਤਲਬ ਲੋਕਾਂ ਦੇ ਘਰਾਂ ਦੇ ਕੰਧਾਂ ਘੋੜੇ ਟੱਪ ਕੇ ਚੋਰੀਆਂ ਕਰਦੇ, ਯਾਰੀਆਂ ਕਮਾਉਂਦੇ। ਕਿੰਨਾ ਬੁਰਾ ਕਰਮ ਹੈ। ਡੰਗਰ ਦੀ ਤਰ੍ਹਾਂ ਆਪਦੀ ਖੁਰਲੀ ਜਿੰਨੇ ਮਰਜ਼ੀ ਪੱਠੇ ਚੰਗੇ ਹੋਣ ਉਹਨਾਂ ਵੱਲ ਨਹੀਂ ਵੇਖਣਾ। ਆਪਦੀ ਬੋਝੀ ਭਾਵੇਂ ਨੋਟਾਂ ਨਾਲ ਭਰੀ ਹੋਵੇ ਪਰ ਸਾਡਾ ਧਿਆਨ ਕੀ ਹੈ? ਦੂਸਰਿਆਂ ਦੇ ਪੈਸਿਆਂ ਵੱਲ। ਇਹ ਸਾਡਾ ਸੁਭਾਅ ਹੈ। ਆਪਦੇ ਆਪਾਂ ਬੈਂਕ 'ਚ ਰੱਖੇ ਹੋਏ ਨੇ, ਐਫਡੀਆਂ ਕਰਾਈਆਂ, ਕਈ ਕੁਛ ਜ਼ਮੀਨ ਜਾਇਦਾਦਾਂ ਬਣਾਈਆਂ, ਸਾਡਾ ਧਿਆਨ ਆਪਦੇ ਘਰ ਵੱਲ ਨਹੀਂ ਹੈ, ਦੂਜਿਆਂ ਗਵਾਂਢੀਆਂ ਵੱਲ। ਉਹਦੇ ਘਰ ਟਰੈਕਟਰ ਕਿਉਂ ਆ ਗਿਆ, ਉਹਦੀ ਤਰੱਕੀ ਕਿਉਂ ਹੋ ਗਈ, ਉਹਨੇ ਇੰਨਾ ਕੁਛ ਕਿਵੇਂ ਪ੍ਰਾਪਤ ਕਰ ਲਿਆ, ਉਹਨੂੰ ਕਿੱਥੋਂ ਆਇਆ। ਬੰਦਾ ਪੁੱਛੇ ਤੈਨੂੰ ਕੀ, ਜਦੋਂ ਮਰਜ਼ੀ ਆਇਆ ਹੋਵੇ। ਪਰ ਸਾਡਾ ਸੁਭਾਅ ਹੀ ਹੈ ਕਿ ਫਲਾਣੇ ਨੇ ਕਿੱਥੋਂ ਲਿਆ, ਪਤਾ ਕਰੋ। ਤੋ ਇੰਜ ਸੋ ਚੋਰੀਆਂ ਚਾਰੀਆਂ ਕਮਾਉਣੀਆਂ, ਕਿਸੇ ਨਾਲ ਵੈਰ ਭਾਵ ਕਰਨਾ, ਇਹ ਪਸ਼ੂ ਦਾ ਸੁਭਾਅ ਹੈ, ਪਸ਼ੂ ਪ੍ਰਵਿਰਤੀ ਹੈ। ਤੋ ਮਹਾਰਾਜ ਕਹਿੰਦੇ ਨੇ ਕੂੜ ਬੋਲ ਮੁਰਦਾਰ ਖਾਏ। ਜਿਹੜਾ ਝੂਠ ਬੋਲਣਾ ਹੈ ਇਹ ਮੁਰਦਾ ਖਾਣ ਦੇ ਤੁਲ ਹੈ। ਬਾਹਰੋਂ ਦਾ ਮਾਸ ਛੱਡ ਕੇ ਆਪਾਂ ਵੈਸ਼ਨੋ ਪੰਡਤ ਖਵਾ ਰਹੇ ਹਾਂ, ਪਰ ਅੰਦਰੋਂ ਅੰਦਰ ਮਾਸ ਖਾ ਰਹੇ ਹਾਂ। ਰਾਤੀ ਮਾਂਸ ਖਾਣੇ, ਦਿਨੇ ਕੁਛ ਹੋਰ ਕਰਮ ਨੇ, ਰਾਤ ਨੂੰ ਬੁਰੇ ਕਰਮ ਕਰਨ ਲੱਗਿਆ ਇਨਸਾਨ ਗੁਰੇਜ਼ ਨਹੀਂ ਕਰਦਾ। ਇਸ ਲਈ ਬਾਹਰ ਕਾ ਮਾਸ ਮੰਦਾ ਸੁਆਮੀ, ਘਰ ਕਾ ਮਾਸ ਚੰਗੇਰਾ। ਬਾਹਰ ਦਾ ਤਾਂ ਆਪਾਂ ਮਾੜਾ ਗਿਣਦੇ ਆ ਤੇ ਘਰਦਿਆਂ ਦਾ ਮਾਸ ਚੁੰਮਦੇ ਚੱਟਦੇ ਥੱਕਦੇ ਨੇ। ਧੀਆਂ ਪੁੱਤ ਬਾਲ ਬੱਚੇ ਕਿੰਨਾ ਮੋਹ ਕਰਦੇ ਆ, ਬਗਾਨਿਆਂ ਨੂੰ ਮਾਰਨ ਤੱਕ ਜਾਂਦੇ ਆ। ਉਹ ਬਗਾਨੇ ਜੋ ਹੋਏ, ਦੱਸੋ ਰੱਬ ਦੇ ਬੰਦੇ ਨਹੀਂ ਹਨ। ਇਹ ਸਾਡੇ ਬੱਚੇ ਨੇ ਤੇ ਦੂਜੇ ਵੀ ਤਾਂ ਕਿਸੇ ਦੇ ਹਨ। ਕਿਉਂ ਭਲਾ ਆਪਾਂ ਆਪਣਾ ਫਜ਼ੂਲ ਦਾ ਵੈਰ ਕਮਾਉਂਦੇ ਆ। ਤੋ ਇਸ ਵਾਸਤੇ ਇਹ ਗੁਰੂ ਜੀ ਨੇ ਲੌਜਿਕ ਦਿੱਤਾ ਹੈ। ਮਾਸ ਖਾਣ ਦੀ ਆਗਿਆ ਨਹੀਂ ਕੀਤੀ ਵੀ ਮਾਸ ਖਾਓ। ਮਨ ਨੇ ਆਖਿਆ ਮਾਸ ਛੱਡਣਾ ਚੰਗਾ ਹੈ ਤੇ ਪਰ ਝੂਠ ਬੋਲਣਾ ਵੀ ਛੱਡੋ, ਚੋਰੀ ਕਰਨੀ ਵੀ ਛੱਡੋ, ਯਾਰੀ ਫਰੈਂਡਸ਼ਿਪ ਕਰਨੀ ਵੀ ਛੱਡੋ। ਆਪਦੇ ਘਰ ਦੇ ਵਿੱਚ ਰਾਜੀ ਰਹੋ। ਜੋ ਮਹਾਰਾਜ ਨੇ ਦਿੱਤਾ ਉਹਦੇ ਸੰਤੋਖ ਰੱਖੋ। ਪਸ਼ੂ ਬਿਰਤੀ ਦਾ ਤਿਆਗ ਕਰਕੇ ਰੱਬ ਨੇ ਇਨਸਾਨ ਬਣਾਇਆ, ਹੈਵਾਨ ਨਾ ਬਣੋ। ਇੱਕ ਰੱਬ ਨੂੰ ਦੁਸਹਿਰੇ ਵਿੱਚ ਛੱਡਦੇ ਨੇ। ਅੱਜ ਕੱਲ੍ਹ ਦੇ ਸਮੇਂ 'ਚ ਘਰੋਂ ਘਰ ਰਾਵਣ ਜੰਮੇ ਹੋਏ ਨੇ, ਉਹਨਾਂ ਬਾਰੇ ਕੋਈ ਕਿਸੇ ਨੂੰ ਕੁਛ ਪਤਾ ਨਹੀਂ। ਜੱਜਾਂ ਤੇ ਵਕੀਲਾਂ ਦਾ ਜ਼ੋਰ ਲੱਗ ਜਾਂਦਾ, ਕਿਉਂਕਿ ਬੰਦੇ ਪੈਸੇ ਵਾਲੇ ਹੁੰਦੇ ਨੇ। ਪੈਸਾ ਦੇ ਕੇ ਸਭ ਕੁਝ ਖਰੀਦਿਆ ਜਾਂਦਾ, ਝੱਟ ਕੇਸ ਡਿਸਮਿਸ ਕਰਕੇ ਬਰੀ ਕਰ ਦੇਣਾ, ਘਰ ਨੂੰ ਭੇਜ ਦੇਣਾ। ਤੋ ਇਸ ਵਾਸਤੇ ਬੁਰੇ ਬੰਦੇ ਨੂੰ ਜੇ ਸ਼ਰੇਆਮ ਚੌਂਕ ਦੇ ਵਿੱਚ ਅੱਗ ਲਾ ਕੇ ਸਾੜਿਆ ਜਾਵੇ, ਜਿਸ ਤਰ੍ਹਾਂ ਰਾਮ ਨੂੰ ਸਾੜਦੇ ਨੇ, ਤਾਂ ਫਿਰ ਕੋਈ ਇਸ ਤਰ੍ਹਾਂ ਕਰਨ ਦਾ ਹੀਆ ਨਾ ਕਰੇ। ਸੋ ਮਾਫ ਕਰਨਾ। ਸੋ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਹਨ ਕਿ ਭਾਈ ਝੂਠ ਬੁਰਾ ਖੈ ਖਾਣ। ਜਿਹੜਾ ਝੂਠ ਬੋਲਣਾ ਹੈ ਇਹ ਬਹੁਤ ਹੀ ਜ਼ਿਆਦਾ ਬੁਰਾ ਹੈ, ਭੈੜੇ ਸੁਭਾਅ ਵਾਲਾ ਹੈ। ਉਹਨੂੰ ਇਹ ਜੀਵ ਸਵੀਕਾਰ ਕਰ ਬੈਠਾ ਹੈ। ਇਸੇ ਕਰਕੇ ਜੀਵ ਦਾ ਜਿਹੜਾ ਕਾਲ ਯਮ ਹੈ ਉਹ ਕਾਖ ਹੈ, ਨਾਸ਼ ਕਰਦਾ ਹੈ। ਕਾਲੀ ਇਹਨੂੰ ਖਾਈ ਜਾਂਦਾ। ਝੂਠੇ ਪੁਰਖਾਂ ਨੂੰ ਨਾਸ਼ ਕਰਨ ਵਾਸਤੇ ਕਾਲ ਬਹੁਤੇ ਬੁਰੇ ਸੁਭਾਅ ਵਾਲਾ ਹੈ। ਇਸੇ ਪ੍ਰਕਾਰ ਝੂਠ ਬੁਰਾ ਖੈ ਕਾਲ। ਜੋ ਪੁਰਖ ਝੂਠ ਬੋਲ ਕੇ ਕੁਸੰਗਤ ਵਾਲੇ ਪਾਸੇ ਆਪਣੇ ਸਮੇਂ ਨੂੰ ਗੁਜ਼ਾਰਦਾ, ਉਹਨੂੰ ਯਮ ਸਦਾ ਨਾਸ਼ ਕਰਦਾ ਰਹਿੰਦਾ ਹੈ। ਮਨ ਜੰਜਾਲੀ ਵੇੜਿਆ। ਇਸ ਜੀਵ ਦਾ ਮਨ, ਇਹਦਾ ਚਿੱਤ ਪਾਪਾਂ ਕਰਮਾਂ ਦੇ ਬੰਧਨਾਂ ਦੇ ਵਿੱਚ ਵਲੇਟਿਆ ਵਲਿਆ ਹੋਇਆ ਹੈ। ਭਾਵ ਜੰਜਾਲਾਂ ਦਾ ਚਾਰ ਚੁਫੇਰੇ ਘੇਰਾ ਪਿਆ ਹੋਇਆ ਹੈ। ਜੰਜਾਲਾ ਮਾਹੇ। ਪਰ ਫਿਰ ਵੀ ਇਹ ਜੀਵ ਜਨਮ ਦੇ ਵਿੱਚ ਆ ਕੇ ਹੋਰ ਆਪਣੇ ਆਪ ਨੂੰ ਹੰਤਾ ਮਮਤਾ ਦੇ ਜੰਜਾਲਾਂ ਬੰਧਨਾਂ ਦੇ ਵਿੱਚ ਪਾ ਲੈਂਦਾ ਹੈ। ਨਾਵੇ ਕਿਉਂ ਛੁਟਿਆ। ਪਰਮੇਸ਼ਰ ਦੇ ਨਾਮ ਜਪੇ ਤੋਂ ਬਿਨਾਂ ਇੱਕ ਵਾਰ ਆਪਾਂ ਵੀ ਉੱਚੀ ਬੋਲੀਏ, ਗੱਜ ਕੇ ਕਹੋ ਸਤਿਨਾਮ ਸ੍ਰੀ ਵਾਹਿਗੁਰੂ।
ਵਾਹਿਗੁਰੂ ਕਹੇ ਤੋਂ ਬਿਨਾ ਜੰਮਣ ਮਰਨ ਤੋਂ ਕਿਵੇਂ ਛੁਟਕਾਰਾ ਹੋਏਗਾ, ਪਾਪ ਨਹੀਂ ਹੋਏਗਾ। ਪਾਪੇ ਪਜਹਿ ਪਚਾ, ਇਹ ਜੀਵ ਆਪ ਪਾਪ ਕਰਮ ਕਰਨ ਨੂੰ ਵੀ ਅਗਨੀ ਦੇ ਵਿੱਚ ਸੜਦਾ ਹੈ ਔਰ ਹੋਰਨਾਂ ਸੰਗੀਆਂ ਨੂੰ ਵੀ ਸਾੜਦਾ ਹੈ। ਸੰਪਰਦਾਇ ਗਿਆਨੀ ਸਿੰਘ ਇਸ ਤੁਕ ਤੋਂ ਬਾਅਦ ਪਰ ਹਰ ਪਾਪ ਪਛਾਣੈ ਆਪ, ਨਾ ਤੇ ਸੋਗ ਵਿਜੋਗ ਸੰਤਾਪ ਵਾਲੀਆਂ ਤੁਕਾਂ ਲਾ ਕੇ ਅਰਥ ਕਰਦੇ ਹਨ। ਇਸ ਲਈ ਜੀਵ ਨੂੰ ਕੀ ਕਰਨਾ ਚਾਹੀਦਾ ਹੈ? ਮਹਾਰਾਜ ਕਹਿੰਦੇ ਜੋ ਤੁਹਾਨੂੰ ਪਹਿਲਾਂ ਹੀ ਬੇਨਤੀ ਕੀਤੀ ਹੈ, ਪਰ ਹਰ ਪਾਪ ਪਛਾਣੈ ਆਪ। ਇਸ ਪੌੜੀ ਦਾ ਇਹ ਤੱਤ ਸਿਧਾਂਤ ਨਿਕਲਿਆ ਹੈ ਕਿ ਜੇਕਰ ਹੁਣ ਭੈੜੇ ਕਰਮਾਂ ਨੂੰ ਆਪਾਂ ਤਿਆਗ ਦਈਏ ਤੇ ਆਪਣਾ ਆਤਮ ਸਰੂਪ ਪਹਿਚਾਨ ਲਈਏ ਤਾਂ ਹੀ ਸਾਡਾ ਭਲਾ ਹੈ। ਇਹਨਾਂ ਕੁਝ ਕਹਿਣ ਦਾ ਇਹੀ ਮਤਲਬ ਹੈ ਕਿ ਆਪਾਂ ਪਾਪਾਂ ਨੂੰ, ਬੁਰੇ ਕਰਮਾਂ ਨੂੰ ਤਿਆਗ ਦਈਏ। ਨਾ ਤਿਸ ਸੋਗ ਵਿਜੋਗ ਸੰਤਾਪ, ਜੇ ਭੈੜੇ ਕਰਮਾਂ ਨੂੰ ਤਿਆਗ ਦੇਵਾਂਗੇ ਤਾਂ ਉਸ ਪੁਰਖ ਨੂੰ ਫਿਰ ਪਦਾਰਥਾਂ ਦੇ ਵਿੱਚ ਨਹੀਂ ਕਰਕੇ ਸੋ ਗਮ ਨਹੀਂ ਤੇ ਵਾਹਿਗੁਰੂ ਨਾਲੋਂ ਮਛੋੜਾ ਤੇ ਕੋਈ ਦੁੱਖ ਨਹੀਂ ਲੱਗੇਗਾ। ਨਹੀਂ ਤਾਂ ਫਿਰ ਨਰਕ ਪੜੰਤਾ ਕਿਉ ਰਹੈ। ਜੇ ਆਪਾਂ ਆਪਦੇ ਸੁਭਾਅ ਤੋਂ ਨਹੀਂ ਹਟਾਂਗੇ ਫਿਰ ਨਰਕਾਂ 'ਚ ਪੈਣ ਤੋਂ ਕਿਵੇਂ ਹਟ ਸਕਾਂਗੇ? ਮਤਲਬ ਯਮ ਫੜ ਕੇ ਨਰਕਾਂ 'ਚ ਪਾਵੇਗਾ। ਕਿਉ ਬੰਚੈ ਜਮਕਾਲ, ਜਮਕਾਲ ਤੋਂ ਕਿਵੇਂ ਆਪਾਂ ਬਚ ਸਕਦੇ ਹਾਂ? ਸੋ ਇਸ ਲਈ ਬੇਟਾ ਮੈਂ ਕਿਉਂ ਛੋਟੀ ਹੈ, ਵਾਹਿਗੁਰੂ ਦੇ ਨਾਮ ਤੋਂ ਬਗੈਰ ਦੱਸੋ ਕਿਵੇਂ ਛੁਟਕਾਰਾ ਹੋਵੇਗਾ? ਕੋਈ ਹੈ ਯਤਨ ਛੁੱਟਣ ਦਾ? ਬਿਲਕੁਲ ਨਹੀਂ। ਪਾਪੇ ਭਜੈ ਬਚਾਏ, ਪਾਪੀ ਬੰਦਾ ਆ ਵੀ ਛੱਡਦਾ, ਹੋਰਨਾਂ ਨੂੰ ਵੀ ਸੇਕ ਪਾਉਂਦਾ ਹੈ। ਇਸ ਲਈ ਸੋ ਪਾਪ ਕਰਮ ਕਰਨ ਦਾ ਤਿਆਗ ਕਰਕੇ ਗੁਰੂ ਮਹਾਰਾਜ ਦੇ ਚਰਨਾਂ ਦਾ ਆਸਰਾ ਲਈਏ, ਨਾਮ ਜਪੀਏ। ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ, ਧਨਾਸਰੀ ਮਹੱਲਾ ਪਹਿਲਾ, ਜੀਉ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ। ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਲਾਏ ਰਹਾਉ। ਬਹੁਤਾ ਬੋਲਣ ਚਖਣ ਹੋਏ, ਬਿਨ ਬੋਲੇ ਜਾਣ ਸਭ ਸੋਏ। ਜਿਨ ਕਣ ਕੀਤੇ ਅੱਖੀ ਨਾਗ, ਜਿਨ ਦੇਵ ਦਿੱਤੀ ਬੋਲੇ ਤਾਤ। ਜਿਨ ਮਨ ਰਾਖਿਆ ਅਗਨੀ ਪਾਏ, ਵਾਜੈ ਪਉਣ ਆਖੈ ਸਭ ਜਾਏ। ਸੋ ਜੀਤਾ ਮੋਹ ਪ੍ਰੀਤ ਸੁਵਾਦ, ਸਭਾ ਕਾਲ ਖਦਾਗਾ ਦਾਗ। ਦਾਗ ਦੋਸ ਮੋਹੇ ਚੱਲਿਆ ਰਾਏ, ਮੇਰਾ ਇਸ ਪੰਕਤੀ ਨਾਲ ਸੰਬੰਧ ਹੈ। ਜਿਹੜੇ ਜੀਵ ਪਾਪ ਕਰਮ ਕਰਦੇ ਨੇ ਉਹਨਾਂ ਦਾ ਜੀਵ ਆਤਮਾ ਤਪਦਾ ਹੈ। ਜੀਉ ਤਪਦਾ ਹੈ ਬਾਰੋ ਬਾਰ, ਔਰ ਬਾਰ ਬਾਰ ਤਪ ਤਪ ਖਪੈ, ਤਪ ਤਪ ਕਰਕੇ ਖਪਦਾ ਹੈ। ਬਹੁਤ ਬੇਕਾਰ, ਬਹੁਤ ਬਾਰ ਬੇਕਾਰ, ਫਜ਼ੂਲ ਹੀ। ਨਰਕਾਂ ਦੀ ਅੱਗ ਵਿੱਚ, ਕੁੰਭੀ ਨਰਕਾਂ ਦੀ ਅੱਗ ਵਿੱਚ ਤੇ ਭੈੜੀਆਂ ਜੂਨਾਂ ਦੀ ਅੱਗ ਦੇ ਵਿੱਚ ਜੀਵ ਆਤਮਾ ਕਹਿੰਦੇ ਤੇ ਤਸਕਰ ਜੋ ਨਾਮ ਨਾ ਲੇਵੈ, ਵਾਸੈ ਕੋਟ ਪੰਚਾਸਾ। ਉਹ ਚੋਰ ਨੇ ਰੱਬ ਦੇ ਘਰ ਦੇ, ਜਿਹੜੇ ਵਾਹਿਗੁਰੂ ਜੀ ਦਾ ਨਾਮ ਨਹੀਂ ਲੈਂਦੇ। ਸਾਨੂੰ ਕੋਈ ਚੋਰ ਕਹੇ ਆਪਾਂ ਕਿੰਨਾ ਗੁੱਸਾ ਕਰਦੇ ਹਾਂ, ਪਰ ਮਹਾਰਾਜ ਕਹਿੰਦੇ ਨੇ ਤੇ ਤਸਕਰ ਜੋ ਨਾਮ ਨਾ ਲੇਵੈ, ਜਿਹੜੇ ਵਾਹਿਗੁਰੂ ਦਾ ਨਾਮ ਨਹੀਂ ਜਪਦੇ ਉਹ ਚੋਰ ਨੇ, ਔਗਣਾਂ 'ਚ ਲੱਗੇ ਹੋਏ ਨੇ। ਵਾਸੈ ਕੋਟ ਪੰਚਾਸਾ, 50 ਕਰੋੜ ਧਰਤੀ ਤੇ ਉਹਨਾਂ ਦਾ ਨਿਵਾਸ ਹੁੰਦਾ। ਮਤਲਬ ਸੱਪ ਬਣਾ ਕੇ ਰੱਬ ਉੱਥੇ ਸੁੱਟਦਾ ਜਿੱਥੇ ਮਿੱਟੀ ਵੀ ਖਾਣ ਨੂੰ ਨਾ ਮਿਲੇ। ਸਾਰੀ ਧਰਤੀ ਹੋਈ ਤਾਂਬੇ ਦੀ ਹੈ, ਔਰ ਹਜ਼ਾਰਾਂ ਹੀ ਸੂਰਜਾਂ ਦੀ ਉੱਥੇ ਤਪਸ਼ ਹੈ। ਢਿੱਡ ਘਸਾ ਕੇ ਸੱਪ ਤੁਰਦੇ ਨੇ, ਔਰ ਇੰਨਾ ਸਾੜ ਹੈ ਉੱਥੇ। ਇੱਕ ਜ਼ਹਿਰ ਦਾ ਸਾੜ, ਆਪਣੇ ਅੰਦਰ ਜ਼ਹਿਰ ਦਾ, ਤੇ ਦੂਸਰਾ ਤਾਂਬੇ ਦੀ ਧਰਤੀ ਤਪਣ ਦਾ, ਉੱਥੇ ਸਰੀਰ ਨੂੰ ਸਾੜ। ਇਸ ਤਰ੍ਹਾਂ ਪਾਪੀ ਕਰਮਾਂ ਨੂੰ ਦੁੱਖ ਲੱਗਦਾ। ਕਹਿੰਦੇ ਸਮੁੰਦਰ ਦਾ ਪਾਣੀ ਉਬਲਦਾ ਹੈ ਤੇ ਜੇ ਸੱਗ ਨਾਲ ਉਬਲਦਾ ਹੈ, ਉੱਥੇ ਪਾਪੀਆਂ ਦੇ ਸਿਰ ਵੱਢ ਕੇ ਝੋਂਕੇ ਜਾਂਦੇ ਨੇ। ਇੰਨਾ ਦੁੱਖ ਹੈ। ਫਰੀਦ ਸਾਹਿਬ ਜੀ ਨੇ ਵੀ ਬਚਨ ਕੀਤਾ ਹੈ, ਕਹਿੰਦੇ ਨੇ ਕਿ ਜਿਵੇਂ ਕਿੱਕਰ ਦਾ ਛਾਪਾ ਮੂੰਹ ਦਾਣੀ ਪਾ ਕੇ ਹੇਠਲੇ ਰਸਤੇ ਦਾਣੀ ਕੱਢਿਆ ਜਾਏ, ਜਿੰਨਾ ਦੁੱਖ ਉਸ ਆਦਮੀ ਨੂੰ ਲੱਗਦਾ ਹੈ, ਇੰਨਾ ਦੁੱਖ ਮੌਤ ਦਾ ਹੈ। ਮੌਤ ਦਾ
ਅਤੇ ਜਨਮ ਲੈਣ ਦਾ ਜਿਵੇਂ ਸੋਨੇ ਦੀ ਡਲੀ ਨੂੰ ਸੁਨਿਆਰਾ ਮਸ਼ੀਨ 'ਚ ਪਾ ਕੇ ਤੇ ਉਹਦੀਆਂ ਤਾਰਾਂ ਖਿੱਚ ਖਿੱਚ ਕੇ ਕਿਸੇ ਦਾ ਕੜਾ ਬਣਾਉਂਦਾ, ਕਿਸੇ ਦੇ ਖਾਂਡੇ ਬਣਾਉਂਦਾ, ਛੋਟੀ ਛੋਟੀਆਂ ਬਰੀਕ ਬਰੀਕ ਤਾਰਾਂ ਖਿੱਚਦਾ। ਇਸ ਤਰ੍ਹਾਂ ਸੋ ਜਿਸ ਤਰ੍ਹਾਂ ਬੱਚੇ ਨੂੰ ਜਨਮ ਦਿੰਦੇ ਨੇ ਲੋਕ, ਕਈ ਵਾਰ ਇਹਨਾਂ ਦੁੱਖ ਭੋਗਦੇ, ਉਹਨਾਂ ਕੋਲ ਸਹਾਰਿਆ ਨਹੀਂ ਜਾਂਦਾ। ਕਈਆਂ ਦੀ ਜ਼ਬਾਨ ਬੰਦ ਹੋ ਜਾਂਦੀ ਤੇ ਕਈਆਂ ਦਾ ਅੰਗ ਭੰਗ ਹੋ ਜਾਂਦਾ, ਬੜੀ ਬੁਰੀ ਹਾਲਤ ਹੁੰਦੀ ਹੈ। ਵਾਹਿਗੁਰੂ ਕਿਰਪਾ ਕਰੇ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ, ਆਪਣ ਹੱਥੀ ਜੋਲ ਕੇ ਕਹਿ ਕੇ ਲੱਗਿਆ ਧਾਏ। ਵਾਲੋ ਨਿੱਕੀ पुरसलात का पंथ तो हिला, संग ना साथी गमन अकेला, क्या दे खटिया कहाँ गवाया। चलो सिताब दी बाण को बुलाया, चल दरहाल दी बाण बुलाया, हर फरमान दरगे का आया। जिहड़ा वाल दे सौवें हिस्से नालों भी बलीक है, उस पुल दे उपर नहीं लगाया जाता। वालों निकी पुरसलात कन्नी ना सुनी आए, फरीदा किड़ी पवंदई खड़ा ना आप महाए। उत्थे डंड रौली पै रही है, वो बचा लोए, मारे गए, लुटे गए, पर किसी की कोई आवाज नहीं सुनता। इन्ना रौला पै रहा है, कोई पुकार सुनता ही नहीं। सुनने वाला सतगुरु है, वो आखे नहीं लगे। तो इस वास्ते इस पौड़ी दे विच महाराज ने पापा तो बचन लई, अवगुणां दा त्याग करन लई ते शुभ गुणां नूं ग्रहण करन दी आग्या दित्ती है। कलगीधर दशमेश पिता श्री गुरु गोबिंद सिंह साहब ने खंडे बाटे दा अमृत छका के खालसे दी मोहर लाई है और उन्होंने रहत दित्ती है कि कड़ा कार दो कछ कंगे बिदा, बिला केस हेत अस्त जुमले निशा। कड़ा धारण करना ते गात्रे कृपान पाउणी, तेड़ कशहरा पाउणा ते केसा में कंगा रखना। ये चारे कार भावें तैयार पर तैयार हो, पर जिहड़ा सिरों ही मोना है, मोना बंदा ककार पा के भी शोभा नहीं पाएगा। इसलिए सब तो पहले नंबर ते केसा नूं रखिया। केसन की करियो प्रतिपाल, उस तरन संग ना कटियो भार। केस लाजमी ने, भावें कोई सहजधारी खमाउंदा ते भावें अमृतधारी है, केस दोनों लई कंपलसरी ने। सहजधारी सिख वास्ते भी, अमृतधारी वास्ते भी। इसे लिए चार बजर करैतां नूं बचन दी जद महाराज ने आग्या कीती है, उन्हां च भी केसां नूं संभालण दी आग्या करदियां। जिहड़े केस कटणे ने उन्हां नूं बजर करैत च शामिल कर दित्ता। हुक्का, हजामत, हलालो हराम, ये चार अवगुण बजर करैतां ने। सब तो वड्डे बजर पाप ने। केस कटाने, हुक्का तंबाकू आदि की वरतों करनी ते हलाल मास की वरतों करनी, या किसी भी किस्म का मास वरतों में लिया ते हराम का खाना ते हराम का भोगना। मतलब जेड़े काम च साडी मेहनत नहीं लगी, दूसरे का हक रखना, ये हराम का है। ये भी एक बहुत बड़ा पाप है। तो शराब आदि किसी भी नशे की वरतों करनी, ये पंजवां अवगुण पंज प्यारे साहबान नशियां तो भी वरतते ने, वरजते हैं, रोकते हैं। इसलिए जे किसी को अनभोल ये गलतियां हो जान तो पंजाबियां ने पेश होके माफ़ी मांगे, तनख्वाह लवा के पूरी करनी, ये गुर मर्यादा है। सो नहीं तो महाराज कहते जे पापे बचे बचा है, पापां दे विच ही बचे रहे फिर खराब होंगे। मेरा नाम है कि छोटी है, नाम तो बगैर दसो भाई किवें छुटकारा होवेगा। सो गुरु साहब कृपा करना। ये हुण प्रकरण चेंज होया है।
ਪਹਿਲਾਂ 38ਵੀਂ ਪੌੜੀ ਸੀਗੀ, ਹੁਣ 39ਵੀਂ ਪ੍ਰਾਰੰਭ ਹੋਈ ਹੈ। ਛੋਟੀ ਛੋਟੀਆਂ ਪੌੜੀਆਂ ਦੇ ਵਿੱਚ ਬਹੁਤ ਬੜਾ ਬੜਾ ਸਿਧਾਂਤ ਹੈ। ਜਿਵੇਂ ਮੁੜ ਮੁੜ ਕੇ ਕਊਆ ਜਿਹੜਾ ਹੈ, ਕਾਂ ਹੈ, ਇਹ ਚੋਗੇ ਨੂੰ ਵੇਖ ਕੇ ਚੋਗੇ ਵੱਲ ਨੂੰ ਤੇਜ਼ੀ ਦੇ ਨਾਲ ਦੌੜਦਾ ਹੈ, ਭਾਵ ਆਪਣੇ ਆਪ ਨੂੰ ਚੋਗੇ ਦੀ ਫਾਹੀ ਦੇ ਵਿੱਚ ਫਸਾ ਲੈਂਦਾ ਹੈ। ਕਹਿੰਦੇ ਸਿਆਣਾ ਕਾਂ ਗੰਦਗੀ ਤੇ ਡਿੱਗਦਾ। ਬਹੁਤੀ ਸਿਆਣਪ ਵੀ ਮਾੜੀ ਹੈ ਤੇ ਬਹੁਤੀ ਮੂਰਖਤਾ ਤਾਂ ਮਾੜੀ ਹੈ ਹੀ ਹੈ। ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਸਿਆਣੇ ਬੰਦੇ ਕੋਈ ਵੀ ਡਰ ਲੱਗਦਾ ਤੇ ਮੂਰਖ ਤੋਂ ਤਾਂ ਡਰਨਾ ਚਾਹੀਦਾ ਹੀ ਹੈ। ਮੈਂ ਤਾਂ ਹਮੇਸ਼ਾ ਹਰੇਕ ਨੂੰ ਇਹੀ ਸਲਾਹ ਦਿੰਦਾ ਹਾਂ ਵੀ ਸਿਆਣੇ ਨੂੰ ਤਾਂ ਫਤਿਹ ਬੁਲਾਈ ਦੀ ਹੈ, ਤੇ ਜਿਹਨੂੰ ਤੁਸੀਂ ਨਹੀਂ ਵੀ ਚੰਗਾ ਸਮਝਦੇ ਤੁਹਾਡੀ ਜਾਚ ਹੈ। ਵੈਸੇ ਮਹਾਰਾਜ ਦੀ ਨਿਗਾਹ ਦੇ ਵਿੱਚ ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਜਿਹੜੇ ਤੁਹਾਡੇ ਮੁਤਾਬਕ ਮੂਰਖ ਨੇ ਉਹਨਾਂ ਨੂੰ ਤਾਂ ਪਹਿਲਾਂ ਫਤਿਹ ਬੁਲਾਓ, ਮੱਥਾ ਜ਼ਰੂਰ ਟੇਕੋ, ਨਮਸਕਾਰ ਕਰਕੇ ਪਹਿਲਾਂ ਹੀ ਮਾਫੀ ਮੰਗ ਲਓ ਵੀ ਆਪਾਂ ਭੁੱਲ ਗਏ ਜੀ, ਕੋਈ ਵੀ ਗਲਤੀ ਹੈ ਸਾਡੀ ਖਿਮਾ ਕਰੋ। ਤੇ ਇਸ ਵਾਸਤੇ ਦੋਨਾਂ को ही ਬਚਾ ਰੱਖਣਾ ਪੈਣਾ ਹੈ। ਮਹਾਰਾਜ ਕਹਿੰਦੇ ਨੇ ਜਿਹੜਾ ਸਿਆਣਾ ਹੈ ਉਹ ਕਈ ਵਾਰ ਦੂਸਰੇ ਨੂੰ ਵੀ ਆਪ ਦੇ ਨਾਲ ਲਿਜਾ ਕੇ ਘਾਟੇ ਵਿੱਚ ਪਾਉਂਦਾ। ਜਿਹੜਾ ਕਾਂ ਹੈ ਉਹ ਹੈ ਤਾਂ ਬੜਾ ਸਿਆਣਾ, ਚੋਗੇ ਵੱਲ ਨੂੰ ਬੜੀ ਤੇਜ਼ੀ ਦੇ ਨਾਲ, ਬੜੀ ਫੁਰਤੀ ਦੇ ਨਾਲ ਉਹਦੀ ਨਿਗਾਹ ਬੜੀ ਤੇਜ਼ ਹੈ, ਤੇ ਪਰ ਅਨਮੋਲ ਪਤਾ ਨਹੀਂ ਕਿਵੇਂ ਚੋਗੇ ਦੀ ਫਾਹੀ ਵਿੱਚ ਆਪ ਦੇ ਆਪ ਨੂੰ ਫਸਾ ਲੈਂਦਾ ਹੈ। ਇਸੇ ਪ੍ਰਕਾਰ ਫਿਰ ਫਾਹੀ ਫਸੈ ਕਊਆ, ਮਛਲੀ ਜਾਲ ਨਾ ਜਾਣਿਆ, ਸਰ ਖਾਰਾ ਅਸਗਾਹੋ, ਅਤ ਸਿਆਣੀ ਸੋਹਣੀ ਕਿਉਂ ਕੀਤੂ ਵੇਸਾਹੋ, ਕੀਤੇ ਕਾਰਨ ਪਾਕੜੀ ਕਾਲ ਨਾ ਟਰੈ ਸਰਾਹੋ, ਭਾਈ ਰੇ ਇਉ ਸਿਰ ਜਾਣੋ ਕਾਲ, ਜੋ ਮੱਛੀ ਤਿਉ ਮਾਨਸ ਪਵੈ ਅਚੰਤਾ ਜਾਲ ਰਹਾ। ਸ੍ਰੀ ਰਾਗ ਮਹੱਲਾ ਪਹਿਲਾ। ਇਹ ਰਾਮਕਲੀ ਮਹੱਲਾ ਪਹਿਲਾ ਦੱਖਣੀ ਓਂਕਾਰ ਹੈ। ਬਾਣੀ ਇਹ ਵੀ ਗੁਰੂ ਨਾਨਕ ਸਾਹਿਬ ਜੀ ਇਹਦੇ ਵਿੱਚ ਕਾਂ ਦੀ ਉਦਾਹਰਣ ਦਿੱਤੀ ਹੈ। ਕਾਂ ਵੀ ਬੜਾ ਸਿਆਣਾ, ਤੇ ਸ੍ਰੀ ਰਾਗ ਜਮਾਨੇ ਵਿੱਚ ਮਛਲੀ ਦੀ ਉਦਾਹਰਣ ਦਿੱਤੀ ਹੈ। ਮਛਲੀ ਸੋਹਣੀ ਵੀ ਹੈ, ਕਾਂ ਦਾ ਭਲਾ ਕਾਲਾ, ਮੱਛੀ ਸੋਹਣੀ ਵੀ ਬੜੀ ਹੈ ਤੇ ਸਿਆਣੀ ਵੀ ਬੜੀ ਹੈ, ਤੇ ਪਤਾ ਨਹੀਂ ਉਹ ਜਾਲ ਵਿੱਚ ਕਿਵੇਂ ਫਸ ਗਈ, ਸਮਝ ਹੀ ਨਹੀਂ ਆਈ। ਉਹਨੂੰ ਵਿਚਾਰੀ ਨੂੰ ਵੀ ਤੜਫਾ ਹੋ ਗਿਆ, ਇਹ ਕੀ ਬਣ ਗਿਆ ਮੇਰੇ ਨਾਲ, ਉਹਨੂੰ ਪਤਾ ਹੀ ਨਹੀਂ ਸੀਗਾ, ਬੜੇ ਆਨੰਦ ਪੂਰਵਕ ਉਹ ਰਹਿ ਰਹੀ ਸੀਗੇ। ਇਸੇ ਪ੍ਰਕਾਰ ਜੀਵਨ ਜਿੰਨਾ ਮਰਜੀ ਸੋਹਣਾ ਹੈ, ਜਿੰਨਾ ਮਰਜੀ ਸਿਆਣਾ ਹੈ, ਮੱਛੀ ਦੀ ਤਰ੍ਹਾਂ ਉਹ ਵੀ ਕਾਲ ਦੀ ਫਾਹੀ 'ਚ ਫਾਸੀ ਜਾਏਗਾ। ਤੋ ਇਸੇ ਤਰ੍ਹਾਂ ਕਾਵਾਂ ਦੀ ਤਰ੍ਹਾਂ ਮੁੜ ਮੁੜ ਕੇ ਜੀਵ ਪਦਾਰਥਾਂ ਰੂਪੀ ਚੋਗੇ ਨੂੰ ਵੇਖ ਵੇਖ ਕੇ ਮੋਹ ਦੇ ਵਿੱਚ, ਵਿਕਾਰਾਂ ਦੇ ਵਿੱਚ, ਜਮਾਂ ਦੀ ਫਾਸੀ ਦੇ ਵਿੱਚ ਸਾਧ ਸੰਗਤ ਜੀਓ ਫਸਦੇ ਰਹਿੰਦੇ ਹਨ। ਭੁੱਲਿਓ ਮਨ ਮਾਇਆ ਉਰਝਾਇਓ। ਜੇ ਸਾਡਾ ਮਨ ਮਾਇਆ ਦੇ ਵਿੱਚ ਗ੍ਰਸਤ ਨਾ ਹੋਵੇ, ਆਪਾਂ ਕਦੀ ਵੀ ਨਾ ਫਸੀਏ। ਮੈਂ ਕਈ ਵਾਰ ਫਸਿਆ ਤੇ ਕਈ ਵਾਰ ਮਹਾਰਾਜ ਨੇ ਕੱਢਿਆ, ਮੱਤ ਫਿਰ ਵੀ ਨਹੀਂ ਆਉਂਦੀ। ਸਾਡਾ ਸੁਭਾਅ ਕੀ ਹੈ ਵੀ ਰੁਪਈਏ ਤੋਂ 10 ਦੇ 10 ਤੋਂ 100 ਦੇ 100 ਤੋਂ 1000 ਦੇ 1000 ਤੋਂ 10 ਦੇ 10,000 ਤੋਂ ਲੱਖ ਬਣ ਜਾਏ। ਤੇ ਇਸ ਵਾਸਤੇ ਪਿੱਛੇ ਜੇ ਆ ਹੁਣ ਵੀ ਇਸੇ ਤਰ੍ਹਾਂ ਚੱਲ ਰਿਹਾ, ਮਾਰਕੀਟ ਕਿੰਨੀ ਡਾਊਨ, ਕਈ ਫੈਕਟਰੀਆਂ, ਕਈ ਜਿਹੜੇ ਸਰਮਾਏਦਾਰ ਸਨ, ਇਨਵੈਸਟਮੈਂਟ ਵਾਲੇ, ਉਹਨਾਂ ਦਾ ਦਿਵਾਲਾ ਨਿਕਲ ਗਿਆ, ਬੜੀ ਬੁਰੀ ਤਰ੍ਹਾਂ ਉਹ ਖਤਮ ਹੋ ਗਏ। ਕਾਰਨ ਕੀ ਹੈ ਕਿ ਮਨ ਲਾਲਚ ਵਿੱਚ ਸੀਗਾ, ਉਹ ਪੈਸਾ ਵਧਣਾ ਦਾ ਕੀ ਸੀਗਾ, ਉਹ ਦੂਸਰਾ ਵੀ ਗਵਾ ਕੇ ਬੈਠ ਗਿਆ। ਇਸ ਲਈ ਸੋ ਚੋਗੇ ਦੀ ਤਰ੍ਹਾਂ ਜੀਵ ਆਪ ਦਾ ਤਾਂ ਭਲਾ ਸੋਚਦਾ, ਪਰ ਪਰਮਾਤਮਾ ਨੇ ਕੀ ਕਰਨਾ ਇਹਦੇ ਬਾਰੇ ਸਾਨੂੰ ਕੁਝ ਪਤਾ ਨਹੀਂ ਹੈ। ਕੁਦਰਤ ਦਾ ਪਾਸਾ ਪਲਟਦਿਆਂ ਇੱਕ ਸਕਿੰਟ ਨਹੀਂ ਲੱਗਦਾ। ਆ ਵੇਖੋ ਮੇਰੇ ਕੋਲ ਅਜੇ ਵੀ 1000 ਦੇ ਨੋਟ ਪਏ ਨੇ ਜਿਹੜੇ ਬੰਦ ਹੋ ਗਏ, ਤੇ ਕੀ ਬੰਦਾ ਕਰੂਗਾ। ਬਾਣੀ ਦੇ ਵਿੱਚ ਤਾਂ ਪਰਲੋਕ ਬਾਰੇ ਲਿਖਿਆ ਵੀ ਪੈਸੇ ਕੰਮ ਨਹੀਂ ਆਉਣੇ, ਬੰਦਾ ਵੇਖਦਾ ਰਹੂਗਾ, ਫੋਟੋਆਂ ਖਿੱਚਦਾ ਰਹੇ ਮੋਬਾਈਲਾਂ 'ਚ, ਪੁੱਛਦਾ ਰਹੇ ਬੈਂਕਾਂ 'ਚ ਜਾ ਕੇ, ਉਹ ਮਿੱਟੀ ਨੇ, ਕਾਗਜ਼ ਵਾਂਗੂ ਨੇ, ਤੋ ਕੀ ਮਾਣ ਕਰਨਾ।
ਇਸ ਵਾਸਤੇ ਅਸੀਂ ਅਮੀਰ ਰੱਬ ਦੇ ਘਰ ਹੋਵਾਂਗੇ। ਰੱਬ ਦੇ ਘਰ ਕਾਹਦੀ ਅਮੀਰੀ ਹੈ ਦੱਸੋ ਭਾਈ? ਅੱਗੇ ਜਾ ਕੇ ਤਾਂ ਕਿੰਨੇ ਵੇਖਿਆ ਵੀ ਕੰਮ ਨਹੀਂ ਆਉਣਾ। ਇੱਥੇ ਵੇਖੋ ਨੋਟਬੰਦੀ ਸਭ ਕੁਛ ਦੇਖ ਗਿਆ, ਪ੍ਰਤੱਖ ਮਹਾਰਾਜ ਨੇ ਦਿਖਾਇਆ। ਇਸ ਲਈ ਇਹ ਜਿਹੜਾ ਜੀਵ ਹੈ, ਖਾਣ ਪਿੱਛੇ, ਭੋਗਣ ਪਿੱਛੇ, ਪਹਿਨਣ ਪਿੱਛੇ, ਮੋਹ ਦੇ ਵਿੱਚ, ਵਿਕਾਰਾਂ ਦੇ ਵਿੱਚ, ਤੋ ਆਪਣੇ ਆਪ ਹੀ ਮੱਕੜੀ ਦੇ ਜਾਲ ਦੀ ਤਰ੍ਹਾਂ ਜਾਲਾ ਬਣਦਾ, ਫਸ ਫਸ ਕੇ ਪਲ ਚ ਪਲ ਸਗਲੀ ਮੋਈ, ਝੂਠੇ ਮੋਹ ਫਾਹੀ ਦੇ ਵਿੱਚ ਫਸਦਾ ਰਹਿੰਦਾ ਹੈ। फिर पछताना अब क्या हुआ। ਮੁੜ ਕੇ ਫਿਰ ਮੱਥੇ ਤੇ ਹੱਥ ਰੱਖ ਕੇ ਰੋਂਦਾ ਹੈ ਬੈਠ ਕੇ, ਕਿਸੇ ਨੂੰ ਦੱਸ ਨਹੀਂ ਸਕਦਾ ਹੁਣ ਗਲਤੀ ਤਾਂ ਮੈਂ ਕੀਤੀ ਹੈ ਤੇ ਤੁਹਾਨੂੰ ਕੀ ਪੁੱਛੂਗਾ। ਫਿਰ ਪਛਤਾਤਾਪ ਕਰਦਾ ਹੈ ਕਿ ਹੁਣ ਕੀ ਹੋ ਗਿਆ, ਮੇਰੇ ਨਾਲ ਕੀ ਭਾਣਾ ਵਾਪਰ ਗਿਆ। ਪਛਤਾਉਂਦਾ ਜਦ ਜਮਾਂ ਦੀ ਫਾਹੀ ਗਲ 'ਚ ਪੈਂਦੀ ਤੇ ਕਹਿੰਦਾ ਹੁਣ ਮੇਰੇ ਨਾਲ ਕੀ ਹੋ ਗਿਆ ਹੈ। पाथा चोग चुगै नहीं बूझै। ਮੋਹ ਦੇ ਵਿੱਚ ਫਸਿਆ ਹੋਇਆ ਜੀਵ ਵਿਸ਼ਿਆਂ ਨੂੰ ਵਿਚੋਗ ਨੂੰ ਚੁਗਦਾ ਹੈ, ਪਰ ਗੁਰਾਂ ਦੇ ਪਾਸੋਂ ਪਰਮੇਸ਼ਰ ਦੇ ਸਰੂਪ ਨੂੰ ਸਮਝਦਾ ਨਹੀਂ ਹੈ। ਦਿਨੇ ਰਾਤ ਵਿਸ਼ਿਆਂ ਵਿੱਚ ਖਚਤ ਹੋਇਆ ਰਹਿੰਦਾ ਹੈ। सतगुर मिलै ता आखी सूझै। ਜੇਕਰ ਪੂਰੇ ਸਤਿਗੁਰੂ ਜੀ ਮਿਲਣ ਤਾਂ ਮਨ ਬੁੱਧ ਰੂਪ, ਪਰੋਖ ਅਪਰੋਖ ਰੂਪ ਨੇਤਰਾਂ ਦੇ ਵਿੱਚ ਸਰੂਪ ਦਾ ਗਿਆਨ ਦਿਸ ਪਵੇ, ਜਾਂ ਗੁਰਾਂ ਦੀ ਕਹੀ ਹੋਈ ਸਿੱਖਿਆ ਦੁਆਰਾ ਪਰਮੇਸ਼ਰ ਦਾ ਸਰੂਪ ਸੁਝ ਆਵੇ। ਭਾਈ ਰੇ ਗੁਰ ਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੇ ਨਾਰਦ ਵੇਦ ਵਿਆਸੈ ਕੋਏ। ਜਿਉ ਮਛਲੀ ਫਾਥੀ ਜਮ ਜਾਲ। ਜਿਵੇਂ ਮੱਛੀ ਫੰਦਕਾਂ ਦੇ ਵਿਛਾਏ ਹੋਏ ਜਾਲ ਦੇ ਵਿੱਚ ਫਸ ਜਾਂਦੀ ਹੈ, ਕਿਉਂ ਜਿਹੜਾ ਜੀਵ ਰੂਪ ਮੱਛ ਹੈ ਜਮਾ ਰੂਪੀ ਫੰਦਕਾਂ ਦੀ ਮੌਤ ਰੂਪੀ ਜਾਲ ਦੇ ਵਿੱਚ ਫਸਿਆ ਹੋਇਆ ਹੈ। ਕਲਗੀਧਰ ਦਸ਼ਮੇਸ਼ ਪਿਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਜਿੱਥੇ ਗੁਰਦੁਆਰਾ ਭੌਰ ਸਾਹਿਬ ਹੈ, ਬੜਾ ਸੁੰਦਰ ਦ੍ਰਿਸ਼ ਹੈ ਉੱਥੇ। ਆਪਾਂ ਕਈ ਵਾਰ ਭੌਰ ਸਾਹਿਬ ਗਏ, ਪਰ ਐਰਕੀ ਗੁਰੂ ਸਾਹਿਬ ਦੀ ਕਿਰਪਾ ਨਾਲ ਇੱਥੋਂ ਦੀ ਸੰਗਤ ਨਾਲ ਜਾਣ ਦਾ ਮੌਕਾ ਮਿਲਿਆ। 2-4 ਮਹੀਨੇ ਦੀ ਗੱਲ ਹੈ। ਪਹਿਲੀ ਵਾਰ ਦਰਸ਼ਨ ਹੋਏ ਤੇ ਬਹੁਤ ਚੰਗਾ ਲੱਗਾ। ਹੰਸਾਲੀ ਵਾਲੇ ਬਾਬਾ ਜੀ, ਉਹਨਾਂ ਦੇ ਸੇਵਕਾਂ ਨੇ ਉੱਥੇ ਕੁਟੀਆ ਬਣਾਈ ਹੈ। ਉਹਦਾ ਦ੍ਰਿਸ਼ ਹੋਰ ਵੀ ਸੋਹਣਾ, ਕਿਉਂਕਿ ਉਹ ਥੱਲੇ ਹੈ, ਨਜ਼ਦੀਕ ਹੈ ਪਾਣੀ ਦੇ ਬਿਲਕੁਲ। ਤੇ ਉਸ ਸਥਾਨ ਤੇ ਸਤਲੁਜ ਦੇ ਕਿਨਾਰੇ ਤੇ ਕਲਗੀਧਰ ਮਹਾਰਾਜ ਆਪ ਦੀ ਮੌਜ ਦੇ ਵਿੱਚ ਵਿਚਰ ਰਹੇ ਸਨ। ਗੁਰੂ ਸਾਹਿਬ ਨੇ ਕੀ ਵੇਖਿਆ ਕਿ ਜਲ ਛਕਣ ਵਾਸਤੇ ਇੱਕ ਹਰਨ ਆਇਆ। ਜਦ ਹਰਨ ਪਾਣੀ ਪੀ ਰਿਹਾ ਸੀ ਤੇ ਅੱਖਾਂ ਦੀ ਚਮਕੀਲੀ ਚੀਜ਼ ਜਾਣ ਕੇ, ਖਾਣ ਵਾਲੀ ਚੀਜ਼ ਜਾਣ ਕੇ ਮੱਛੀ ਨੇ ਝਪਟ ਮਾਰੀ। ਜਦੋਂ ਨੇ ਝਪਟ ਮਾਰੀ ਤੇ ਉਹਨੇ ਹੋਰ ਆਪਦਾ ਮੂੰਹ ਠਾਂ ਕਰ ਲਿਆ, ਉਹਦਾ ਨਿਸ਼ਾਨਾ ਲੱਗਾ ਨਹੀਂ, ਪਰ ਉਹ ਹਰਨਾਂ ਦੇ ਸਿੰਗ ਦੇ ਵਿੱਚ ਫਸ ਗਈ। ਉਹ ਵਿਚਾਰੀ ਤੜਫ ਰਹੀ ਸੀ, ਫਸੀ ਹੋਈ। ਉਹਦੇ ਭਾਅ ਦੀ ਬਣੀ ਹੋਈ ਹੈ ਇਹ ਕਿੱਲ ਆਕਾਸ਼ ਵਿੱਚ ਉੱਡਦੀ। ਉਹਨੇ ਵੇਖਿਆ ਵੀ ਮੱਛੀ ਤੜਫ ਰਹੀ ਹੈ, ਉਹਨੇ ਮੱਛੀ ਨੂੰ ਖਾਣ ਵਾਸਤੇ ਝਪਟ ਮਾਰੀ, ਉਹ ਦੂਜੇ ਸਿੰਗ 'ਚ ਫਸ ਗਈ। ਇੱਕ ਸ਼ਿਕਾਰੀ ਸੀਗਾ, ਉਹਨੇ ਦੇਖਿਆ ਕਿ ਹਰਨ ਬੜਾ ਤਗੜਾ ਹੈ, ਬੜਾ ਸੋਹਣਾ ਹੈ। ਉਹਨੇ ਸ਼ਿਕਾਰ ਕਰਨ ਵਾਸਤੇ ਆਪ ਦਾ ਤੀਰ ਚਲਾਤਾ। ਜਦੋਂ ਹੀ ਤੀਰ ਚਲਾਇਆ, ਉਹਦੇ ਪੈਰਾਂ ਦੇ ਵਿੱਚ ਸੱਪ ਦੀ ਖੁੱਡ ਸੀਗੀ, ਰੁੱਡ ਸੀਗੀ, ਉਹਦੇ ਵਿੱਚੋਂ ਸੱਪ ਨਿਕਲਿਆ ਤੇ ਉਹਨੇ ਸ਼ਿਕਾਰੀ ਦੇ ਪੈਰ ਤੇ ਡੰਗ ਮਾਰ ਕੇ ਤੇ ਸ਼ਿਕਾਰੀ ਨੂੰ ਮਾਰ ਦਿੱਤਾ। ਇਉਂ ਇੱਕੋ ਸਮੇਂ ਕਈ ਮੌਤਾਂ ਹੋਈਆਂ ਵੇਖ ਕੇ ਉਹ ਤੀਰ ਜਾ ਕੇ ਹਰਨ ਨੂੰ ਲੱਗਾ ਤੇ ਹਰਨ ਮਰ ਗਿਆ। ਇੱਕੋ ਸਮੇਂ ਕਈ ਮੌਤਾਂ ਦੇਖ ਕੇ ਤੇ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਉਚਾਰਿਆ, ਕਹਿੰਦੇ ਜਲ ਕਹਾ ਸ੍ਰੀ ਦਸਮ ਗ੍ਰੰਥ ਵਿੱਚ ਬਾਣੀ ਦਰਜ ਹੈ,
ਜਲ ਕਹਾ, ਜਲ ਦੇ ਵਿੱਚ ਵਿਚਰਨ ਵਾਲੀ ਮੱਛੀ ਕੀ ਹੈ? ਜੋ ਮਛਲੀ ਫਾਤੀ ਜਮਜਾਲ। ਫੰਦਕ ਦੇ ਜਾਲ ਦੇ ਵਿੱਚ ਮੱਛੀ ਫਸ ਜਾਂਦੀ ਹੈ, ਕਾਹਦੇ ਲਈ? ਖਾਣ ਵਾਸਤੇ। ਤੋ ਹਰਨ ਦੀਆਂ ਅੱਖਾਂ ਵੱਲ ਵੀ ਉਹਨੇ ਖਾਣ ਲਈ ਝਪਟ ਮਾਰੀ ਤਾਂ ਉਹਦੇ ਸਿੰਗ ਵਿੱਚ ਫਸ ਗਈ। ਇਉਂ ਮਹਾਰਾਜ ਕਹਿੰਦੇ ਜਲ ਕਹਾ, ਪਾਣੀ 'ਚ ਰਹਿਣ ਵਾਲੀ ਮੱਛੀ ਨੂੰ ਚੇਤਾ ਨਹੀਂ ਸੀ ਕਿ ਮੈਨੂੰ ਮੌਤ ਆ ਕੇ ਘੇਰ ਲਏਗੀ। ਇੱਕਦਮ ਵੇਖੋ ਜਾਲ ਵਿੱਚ ਫਸ ਗਈ ਜਾਂ ਹਰਨ ਦੇ ਉਹ ਸਿੰਗ ਦੇ ਵਿੱਚ ਫਸ ਗਈ। ਜਲ ਕਹਾ ਥਲ ਕਹਾ, ਖੁਸ਼ਕ ਜਗ੍ਹਾ ਤੇ ਰਹਿਣ ਵਾਲਾ ਹਰਨ ਜਾਂ ਸ਼ਿਕਾਰੀ ਕੀ ਹੈ? ਗਗਨ ਕੇ ਗੌਣ ਕਹਾ, ਆਕਾਸ਼ ਵਿੱਚ ਵਿਚਰਨ ਵਾਲੀ ਇੱਲ ਕੀ ਹੈ? ਕਾਲ ਕੀ ਬਣਾਈ ਸਭੈ ਕਾਲ ਹੀ ਚਬਾਹਾਂਗੇ। ਮੌਤ ਦੇ ਬਣਾਏ ਹੋਏ ਸਾਰਿਆਂ ਨੂੰ ਮੌਤ ਹੀ ਚੱਬ ਕੇ ਲੈ ਜਾਏਗੀ। ਇਸੇ ਹੀ ਭਾਵ ਦੇ ਨਾਲ ਮਿਲਦਾ ਜੁਲਦਾ ਇੱਕ ਸ਼ਲੋਕ ਕਬੀਰ ਸਾਹਿਬ ਜੀ ਦਾ ਵੀ ਹੈ। ਸੇਮ ਸਟੋਰੀ ਹੈ। ਇੱਥੇ ਹਰਨ ਦੀ ਸਟੋਰੀ ਹੈ, ਉੱਥੇ ਹਰਨੀ ਦੀ ਸਟੋਰੀ ਹੈ ਜਿਹੜੀ ਗਰਭਵਤੀ ਸੀਗੀ। ਉਹਦੇ ਵਿੱਚ ਜਦ ਸ਼ਿਕਾਰੀ ਨੇ ਹਰਨੀ ਨੂੰ ਤੀਰ ਮਾਰਿਆ ਤੇ ਉਹਦੇ ਪੇਟ ਵਿਚਲਾ ਬੱਚਾ ਵੀ ਤੜਤੜ ਕੇ ਮਰ ਗਿਆ। ਉਹ ਹਰਨ ਸੀਗਾ, ਬੱਚਾ ਨਰ ਸੀਗਾ। ਤੋ ਇੰਜ ਜਦੋਂ ਸ਼ਿਕਾਰੀ ਸੱਪ ਲੜਨ ਨਾਲ ਮਰ ਗਿਆ, ਉਹਦਾ ਜਿਹੜਾ ਕਮਾਂਡ ਸੀਗਾ ਉਹਦੇ ਹੱਥ ਵਿੱਚੋਂ ਡਿੱਗਾ। ਉਹਦਾ ਗੋਸਾ ਸੱਪ ਦੀ ਫੰਨ ਤੇ ਵੱਜਾ ਤੇ ਸੱਪ ਵੀ ਮਰ ਗਿਆ। ਸ਼ਿਕਾਰੀ ਦੀ ਘਰਵਾਲੀ ਨੂੰ ਪਤਾ ਲੱਗਾ, ਉਹਦੀ ਚਿਖਾ ਤੇ ਸੜ ਕੇ ਤੇ ਉਹਦੀ ਘਰਵਾਲੀ ਵੀ ਸਤੀ ਹੋ ਗਈ। ਕਬੀਰ ਸਾਹਿਬ ਜੀ ਨੇ ਇਸੇ ਭਾਵ ਦਾ ਇਹ ਸ਼ਲੋਕ ਉਚਾਰਿਆ। ਏਕ ਕਬੀਰਾ ਏਕ ਮਰਨ ਤੇ ਦੋਏ ਮੋਏ, ਦੋਏ ਮਰਨ ਤੇ ਚਾਰ, ਚਾਰ ਮਰਨ ਤੇ ਛੇ ਮੋਏ, ਚਾਰ ਪੁਰਖ ਦੋਏ ਮਾਰ ਦੋਏ ਨਾਲ। ਕਾਲ ਦਾ ਚੱਕਰ ਵੇਖੋ, ਮਰਨਾ ਤਾਂ ਇੱਕ ਸੀਗਾ। ਜਿਵੇਂ ਸ਼ਿਕਾਰੀ ਨੇ ਹਰਨੀ ਨੂੰ ਤੀਰ ਮਾਰਿਆ ਤੇ ਉਹਦੇ ਮਰਦਿਆਂ ਦੋ ਮਰ ਗਏ, ਮਤਲਬ ਉਹਦੇ ਪੇਟ ਵਿੱਚ ਜਿਹੜਾ ਬੱਚਾ ਵੀ ਮਰ ਗਿਆ, ਗਰਭਵਤੀ ਸੀ। ਏਕ ਮਰਨ ਤੇ ਦੋਏ ਮਰੇ, ਕਬੀਰਾ ਏਕ ਮਰਨ ਤੇ ਦੋਏ ਮੋਏ, ਦੋਏ ਮਰਨ ਤੇ ਚਾਰ, ਦੋ ਮਰਦਿਆਂ ਚਾਰ ਮਰ ਗਏ। ਚਾਰ ਕਿਵੇਂ ਮਰ ਗਏ? ਸ਼ਿਕਾਰੀ ਵੀ ਮਰ ਗਿਆ, ਸੱਪ ਵੀ ਮਰ ਗਿਆ ਤੇ ਚਾਰ ਮਰਨ ਤੇ ਛੇ ਮੋਏ, ਚਾਰ ਮਰਦਿਆਂ ਛੇ ਚੜਾਈ ਕਰ ਗਏ। ਉਹ ਛੇ ਕਿਵੇਂ? ਵੀ ਜਦੋਂ ਚਿਖਾ ਤੇ ਉਹਦੀ ਘਰਵਾਲੀ ਸਤੀ ਹੋਈ, ਉਹ ਵੀ ਵਿਚਾਰੀ ਗਰਭਵਤੀ ਸੀਗੀ। ਉਹਦੇ ਪੇਟ ਵਿੱਚ ਜਿਹੜਾ ਸ਼ਿਕਾਰੀ ਦਾ ਪੁੱਤਰ ਉਹ ਵੀ ਚੜਾਈ ਕਰ ਗਿਆ। ਇਹਨਾਂ ਵਿੱਚ ਚਾਰ ਪੁਰਖ, ਚਾਰ ਤਾਂ ਪੁਰਖ ਹੋਏ, ਸ਼ਿਕਾਰੀ ਦਾ ਪੁੱਤਰ, ਹਰਨੀ ਦਾ ਬੱਚਾ ਤੇ ਸੱਪ। ਚਾਰ ਪੁਰਖ, ਦੋਏ ਨਾਰ, ਦੋ ਇਸਤਰੀਆਂ, ਇੱਕ ਹਰਨੀ, ਇੱਕ ਸ਼ਿਕਾਰੀ ਦੀ ਘਰਵਾਲੀ। ਇੰਜ ਕਾਲ ਦਾ ਚੱਕਰ ਜਦ ਚੱਲਦਾ ਹੈ। ਆ ਵੇਖੋ, ਸੋ ਪਤਾ ਨਹੀਂ ਸੱਚ ਹੈ ਕਿ ਜਾਂ ਝੂਠ ਹੈ, ਅਸਲੀ ਹੈ ਜਾਂ ਨਕਲੀ ਹੈ। ਦੁਨੀਆ ਦਾ ਕਮਲੀ ਹੋਈ ਪਈ ਹੈ ਤੇ ਜਾਂ ਪਤਾ ਨਹੀਂ ਜਾਣ ਬੁੱਝ ਕੇ ਹਸਪੀਟਲਾਂ ਦੇ ਵਿੱਚ ਖੇਡ ਖੇਡੀ ਜਾ ਰਹੀ ਹੈ। ਕਿੰਨਾ ਚੱਕਰ ਚੱਲ ਰਿਹਾ ਹੈ ਬਿਮਾਰੀ ਦਾ, ਪਰਮਾਤਮਾ ਦੀ ਖੇਡ ਦਾ ਤੇ ਕੋਈ ਅੰਤ ਨਹੀਂ ਹੈ ਵੀ ਉਹਨੇ ਕੀ ਕਰਨਾ ਜਾਂ ਕੀ ਪਿੱਛੇ ਸੋ ਕਿਵੇਂ ਹੋਇਆ ਹੈ, ਕੌਣ ਜਾਣ ਸਕਦਾ? ਕੁਛ ਨਹੀਂ ਪਤਾ ਲੱਗ ਰਿਹਾ। ਬੰਦੇ ਕਮਲੇ ਹੋਏ ਪਏ ਨੇ। ਹਰ ਇੱਕ ਕੰਟਰੀ ਨਹੀਂ, ਸਭ ਦੁਨੀਆ ਦੇ ਵਿੱਚ ਜੇ ਕਹੀਏ ਵੀ ਇੱਕ ਜਗ੍ਹਾ ਝੂਠ ਹੈ ਤੇ ਉਹ ਸਾਰੀਆਂ ਜਗ੍ਹਾ ਤੇ ਇਹੋ ਜਿਹਾ ਚੱਕਰ ਹੈ। ਪਤਾ ਨਹੀਂ ਕੀ ਕੁਦਰਤ ਹੈ, ਸਮਝ ਨਹੀਂ ਆਉਂਦੀ ਹੈ ਵੀ ਕੀ ਹੋ ਰਿਹਾ ਹੈ। ਸੋ ਇਹ ਪ੍ਰਮਾਤਮਾ ਦੀ ਖੇਡ ਹੈ। ਕਿਤੇ ਦਾ ਜਨਮ ਹੋ ਰਿਹਾ ਤੇ ਕਿਤੇ ਮੌਤ ਦਾ ਚੱਕਰ ਚੱਲ ਰਿਹਾ। ਕਿਉਂ ਮਛਲੀ ਬਾਰੇ ਮਹਾਰਾਜ ਦ੍ਰਿਸ਼ਟਾਂਤ ਦਿੰਦੇ ਹਨ। ਜੋ ਮਛਲੀ ਪਾਥੀ ਜਮਜਾਲ, ਚੰਗੀ ਭਲੀ ਸਿਆਣੀ ਤੇ ਸੋਹਣੀ ਵੀ ਫੰਦਕਾਂ ਦੇ ਵਿਛਾਏ ਜਾਲ ਵਿੱਚ ਫਸ ਜਾਂਦੀ ਹੈ। ਕਿਉਂ ਜੀਵ ਨੂੰ ਪਤਾ ਹੈ ਵੀ ਸਭ ਕੁਝ ਬੁਰਾ ਹੈ, ਫਿਰ ਵੀ ਇਹ ਜਮਾ ਰੂਪੀ ਫੰਦਕਾਂ ਦੇ ਮੌਤ ਰੂਪੀ ਜਾਲ ਦੇ ਵਿੱਚ ਜੀਵਾਤਮਾ ਰੂਪੀ ਮਸੀਹ ਜੋ ਜਾਣ ਬੁੱਝ ਕੇ ਫਸ ਜਾਂਦੀ ਹੈ। ਬਿਨ ਗੁਰ ਦਾਤੇ ਮੁਕਤ ਨਾ ਭਾਲ, ਇਹ ਭਾਈ ਨਾਮ ਉਪਦੇਸ਼ ਦੇ ਦਾਤੇ ਸਤਿਗੁਰਾਂ ਤੋਂ ਬਿਨਾਂ ਹੋਰ ਪਾਸੇ ਕਿਤੋਂ ਵੀ ਮੁਕਤੀ ਲੱਭਣ ਵਾਸਤੇ ਨਾ ਜਾਵੋ। ਕਿਉਂਕਿ ਖਾਣ ਪੀਣ ਨੂੰ, ਪਹਿਨਣ ਭੋਗਣ ਨੂੰ
ਤਾਂ ਕੋਈ ਦੇ ਸਕਦਾ ਹੈ, ਪਰ ਮੁਕਤੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਦੇ ਘਰ ਦੇ ਵਿੱਚੋਂ ਹੀ ਮਿਲ ਸਕਦੀ ਹੈ। ਜਿਵੇਂ ਭਾਈ ਭਗੀਰਥ ਨੂੰ ਦੇਵੀ ਨੇ ਮਲਸੀਆਂ ਤੋਂ ਗੁਰੂ ਮਹਾਰਾਜ ਦੇ ਸਥਾਨ ਮੋਦੀ ਖਾਨੇ ਦੇ ਵਿੱਚ ਭੇਜਿਆ ਸੀਗਾ, ਜਿਵੇਂ ਪੀਪਾ ਭਗਤ ਨੂੰ ਦੇਵੀ ਨੇ ਜਵਾਬ ਦੇ ਦਿੱਤਾ ਕਿ ਉਹ ਨਾਮ ਜਪ ਕੇ ਭਗਤ ਬਣ ਕੇ ਮੁਕਤ ਹੋਏ ਸਨ। ਕਿਉਂ ਸੋ ਗੁਰੂ ਜੀ ਤੋਂ ਬਗੈਰ, ਜਿਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਬੰਦੇ ਬਹਾਦਰ ਨੇ ਬਖਸ਼ਿਸ਼ ਪਾਈ, ਜਿਵੇਂ ਸੰਤੋਖੇ ਜੋਗੀ ਨੇ ਗੁਰਦੁਆਰਾ ਟਾਹਲੀਆਣਾ ਸਾਹਿਬ, ਟਾਹਲੀ ਸਾਹਿਬ, ਸੰਤੋਖ ਸਰ ਅੰਮ੍ਰਿਤਸਰ ਸਾਹਿਬ ਵਿਖੇ ਮੁਕਤੀ ਦੀ ਪ੍ਰਾਪਤੀ ਕੀਤੀ। ਕਿਉਂ ਸਤਿਗੁਰਾਂ ਤੋਂ ਬਿਨਾਂ ਮੁਕਤੀ ਦਾ ਦਾਤਾ ਕੋਈ ਨਾ ਲੱਭੋ। ਜਾਂ ਪਾਤਸ਼ਾਹ ਜੀ ਫਰਮਾਉਂਦੇ ਹਨ, ਬਿਨ ਗੁਰ ਦਾਤੇ ਮੁਕਤ ਨਾ ਭਾਲ। ਭਾਵੇਂ ਵੇਦਾਂ ਸ਼ਾਸਤਰਾਂ ਨੂੰ ਚੰਗੀ ਤਰ੍ਹਾਂ ਭਾਲ ਕੇ ਖੋਜ ਕੇ ਵੇਖ ਲਵੋ, ਪਰ ਸਤਿਗੁਰਾਂ ਤੋਂ ਬਿਨਾਂ ਹੋਰ ਕੋਈ ਦਾਤਾ ਮੁਕਤੀ ਦੇਣ ਵਾਲਾ ਨਹੀਂ ਹੈ। ਫਿਰ ਆਵੇ ਫਿਰ ਜਾਏ। ਇਹ ਜੀਵ ਮੋਹ ਦਾ ਮਾਰਿਆ ਹੋਇਆ, ਸਤਿਗੁਰਾਂ ਦੇ ਨਾਲ ਮਿਲਦਾ ਨਹੀਂ, ਇਸ ਕਰਕੇ ਮੁੜ ਮੁੜ ਕੇ ਜੁੜਨਾ ਚਾਹੁੰਦਾ ਤੇ ਮ੍ਰਿਤੂ ਵਸ ਹੋ ਕੇ ਮੁੜ ਮੁੜ ਕੇ ਪਰਲੋਕ ਨੂੰ ਚਲਿਆ ਜਾ ਰਿਹਾ ਹੈ, ਜੰਮਣ ਮਰਨ ਦੇ ਵਿੱਚ ਪਿਆ ਹੋਇਆ ਹੈ। ਰੰਗ ਰਚੈ ਰਹਿ ਲਿਵ ਲਾਈ। ਇਹ ਜੇ ਜੀਵ ਇੱਕ ਵਾਹਿਗੁਰੂ ਦੇ ਪ੍ਰੇਮ ਰੰਗ ਵਿੱਚ ਰਚਿਆ ਰਵੇ ਔਰ ਹਰ ਵਕਤ ਲਿਵ ਨੂੰ ਬਿਰਤੀ ਨੂੰ ਬ੍ਰਹਮਾਕਾਰ ਕਰਕੇ ਪ੍ਰਭੂ ਨਾਮ ਦੇ ਵਿੱਚ ਲਾ ਕੇ ਰਹਿਣਾ ਕਰੇ। ਜੀਵ ਛੂਟੈ ਫਿਰ ਫਾਸ ਨਾ ਪਾਏ। ਇੰਜ ਸਾਧ ਸੰਗਤ ਜੀ ਉਹ ਛੁੱਟ ਸਕਦਾ ਹੈ, ਮੁਕਤ ਹੋ ਸਕਦਾ ਹੈ, ਜਿਸ ਕਰਕੇ ਮੁੜ ਕਾਲ ਦੀ ਫਾਹੀ ਨਹੀਂ ਪੈਂਦੀ, ਨਹੀਂ ਤਾਂ ਸੋ ਕਾਲ ਕੇ ਬਣਾਏ ਸੁਬਹ ਕਾਲ ਹੀ ਕਮਾਹੀ। ਜਿਹੜੇ ਵੱਡੇ ਵੱਡੇ ਰਾਵਣ ਸੇ, ਮਹਿ ਰਾਵਣ ਸੇ, ਵੱਡੇ ਵੱਡੇ ਹਰਨਾਕਸ਼ ਵਰਗੇ, ਰਾਵਣ ਵਰਗੇ ਜਾਂ ਕੰਸ ਵਰਗੇ, ਕੇਸੀ ਵਰਗੇ ਵੱਡੇ ਵੱਡੇ ਲੋਕ ਹੋਏ ਨੇ, ਦੁਰਯੋਧਨ ਵਰਗੇ। ਰਾਵਣ ਸੇ ਮਹਿ ਰਾਵਣ ਸੇ ਘਟ ਕਾਨੋਂ ਸੇ ਪਲ ਬੀਚ ਵਿਸ਼ਾਰੇ। ਕਾਲ ਦੀ ਐਸੀ ਪ੍ਰਬਲ ਕਿਰਿਆ ਚੱਲ ਰਹੀ ਹੈ, ਇੱਕ ਪਲ ਦੇ ਵਿੱਚ ਹੀ ਸਭਨਾਂ ਨੂੰ ਪਛਾੜ ਕੇ ਉਹਨੇ ਸੁੱਟ ਦਿੱਤਾ। ਤੋ ਇੰਜ ਕਾਲ ਦੀ ਫਾਹੀ ਤੋਂ ਕੋਈ ਬਚ ਨਹੀਂ ਸਕਦਾ। ਜੇ ਮਹਾਰਾਜ ਦੇ ਚਰਨੀ ਲੱਗਾਂਗੇ ਤਾਂ ਭਾਈ ਅਮਰ ਸ਼ਹੀਦ ਵੇਖੋ, ਇਹਨਾਂ ਸਿੰਘਾਂ ਸ਼ਹੀਦਾਂ ਨੂੰ ਅਮਰ ਪਦਵੀ ਦੀ ਦਾਤ ਮਿਲੀ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਜਾਂ ਤਾਂ ਨਾਮ ਜਪ ਕੇ ਜਾਂ ਸ਼ਹੀਦੀ ਪਾ ਕੇ। ਇਹ ਦੋ ਕਰਮ ਕਰਨ ਦੇ ਨਾਲ ਹੀ ਮੁਕਤੀ ਤੇ ਅਮਰ ਹੋ ਸਕਦਾ ਹੈ, ਜਿਹਦੇ ਨਾਲ ਹਮੇਸ਼ਾ ਸੰਸਾਰ ਵਿੱਚ ਨਾਮ ਰਹਿੰਦਾ ਹੈ। ਨਹੀਂ ਤਾਂ ਨਾਮ ਤੋਂ ਬਗੈਰ ਤੇ ਸ਼ਹੀਦੀ ਤੋਂ ਬਗੈਰ ਸਭ ਆਪੋ ਆਪਣੇ ਕਰਮਾਂ ਨੂੰ ਭੋਗ ਕੇ ਮਰੀ ਜਾ ਰਹੇ ਨੇ, ਕਾਲ ਦੇ ਚੱਕਰ 'ਚ ਪਈ ਜਾ ਰਹੇ ਨੇ। ਇੱਕ ਬ੍ਰਹਮ ਗਿਆਨੀ, ਇੱਕ ਸ਼ਹੀਦ ਸਿੰਘ, ਇਹ ਦੋਨੇ ਅਮਰ ਹਨ। ਬ੍ਰਹਮ ਗਿਆਨੀ ਸਦ ਜੀਵੈ ਨਹੀਂ ਮਰਦਾ, ਸ਼ਹੀਦ ਸਿੰਘ ਵੀ ਸੋ ਹਮੇਸ਼ਾ ਹੀ ਜਿਉਂਦੇ ਨੇ, ਜਿਨ੍ਹਾਂ ਦੇ ਅਸਥਾਨਾਂ ਦੇ ਉੱਪਰ ਜੋੜ ਮੇਲੇ ਭਰਦੇ ਨੇ, ਰੌਣਕਾਂ ਲੱਗਦੀਆਂ ਨੇ। ਤੋ ਇਹ ਵਿਛੂਟੈ ਫਿਰ ਫਾਸ ਨਾ ਪਾਏ। ਇੰਜ ਭਾਈ ਛੁਟਕਾਰਾ ਹੋ ਸਕਦਾ ਹੈ ਗੁਰੂ ਵਾਲੇ ਬਣਨ ਤੋਂ। ਸਤਿਗੁਰ ਬਾਝੋ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ। ਸੋ ਨਹੀਂ ਤਾਂ ਮੁੜ ਮੁੜ ਕਾਲ ਦੀ ਫਾਹੀ 'ਚ ਪੈਣਾ ਪਏਗਾ। ਜੇ ਮਹਾਰਾਜ ਨੂੰ ਧਾਰਨ ਕਰਕੇ ਅਮਰ ਛਕਾਂਗੇ ਤੇ ਕਾਲ ਦੀ ਫਾਹੀ ਵਿੱਚ ਨਹੀਂ ਪੈਣਾ ਪਵੇਗਾ। ਹਰ ਦਸਵੀਂ ਦੀ ਦਸਵੀਂ ਅਮਰ ਸੰਚਾਰ ਹੁੰਦਾ ਹੈ। ਅਮਰ ਛਕ ਕੇ ਆਪਾਂ ਗੁਰੂ ਕੇ ਸੁਪੁੱਤਰ ਸੁਪੁੱਤਰੀਆਂ ਬਣੀਆਂ ਜੀ। ਸਮਾਪਤੀ ਹੈ ਜੀ, ਭੁੱਲਾਂ ਚੁੱਕਾਂ ਖਿਮਾ ਕਰੋ, ਅੱਗੇ ਦੋ ਸਮਤ ਬਖਸ਼ੋ। ਫਿਰ ਆਵੇ ਫਿਰ ਜਾਏ। ਇੱਕ ਰੰਗ ਰਚ ਰਹਿ ਬੁਲਾਏ, ਜੀਵ ਛੂਟੈ ਫਿਰ ਫਾਸ ਨਾ ਪਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮਕਲੀ ਮਹਲਾ ਤੀਜਾ। ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦਿ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾ ਪਾਇਆ ਸਹਿਜ ਛੇਤੀ, ਮਨ ਵਜੀਆਂ ਵਾਦਾਈਆਂ। ਰਾਗ ਰਤਨ ਪਰਵਾਰ ਵਰੀਆਂ, ਸ਼ਬਦ ਗਾਵਣ ਆਈਆਂ। ਸ਼ਬਦ ਉਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ। ਨਾਨਕ ਆਨੰਦ ਹੋਆ ਸਭ ਸੰਗ ਪਾਇਆ। ਮਨ
ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਕਰਨਾਲ ਰਹੋ ਤੂੰ ਮਨ ਮੇਰੇ ਦੁਖ ਸਭੇ ਸਾਰਣਾ। ਅੰਗੀਕਾਰੋ ਕਰੇ ਤੇਰਾ ਕਾਜ ਸਭ ਸਵਾਰਣਾ। ਸਭਨਾ ਗੱਲਾਂ ਸੁਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੈ। ਸਿਬਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ। ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰਹਿ ਸਚਾ ਨਾਮ ਮੇਰਾ। ਆਧਾਰ ਸਾਚ ਨਾਮ ਆਧਾਰ ਮੇਰਾ ਜਨ ਦੁੱਖ ਸਭ ਗਵਾਈਆਂ। ਕਰ ਸਾਧ ਸੁਖ ਮਨ ਆਏ ਵਸਿਆ ਜਿਨੇ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰ ਵੇਟੋ ਜਿਸ ਦੀਆਂ ਹੀ ਵਡਿਆਈਆਂ। ਹੈ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਘਰ ਸੁਭਗ ਘਰ ਸੁਭਗ ਸ਼ਬਦ ਵਾਜੇ। ਕਲਾ ਜਿਤ ਕਰ ਧਾਰਿਆ ਪੰਜ ਰੂਪ ਤੁਧ ਵਸ ਕੀਤੇ ਕਾਲ ਕੰਡਕ ਮਾਰਿਆ। ਗੁਰ ਕਰਮ ਪਾਇਆ ਤੁਧ ਜਿਨ ਕਾ ਸੇ ਨਾਮ ਹਰ ਕੈ ਲਾਗੇ। ਨਾਨਕ ਤੇ ਸੁਖ ਹੋਇ ਜੀ।